अभई अकाल की, तब चलायो पंथ, सब सिखन को हुक्म है, गुरु मानियो ग्रंथ। सिख विरसा, सिख विरसा जान है साडी, इस नूं सारे प्यार करो। गुरुआं अते शहीदां दा तुसीं सारे ही सत्कार करो। आगे अभई श्री वाहे दंडोत वंदन अनेक बार, सर्व कला समरथ, भूलन तेरा खो प्रभु, नानक दे कर भक्त। तू ते आगे अरदास हमारी, तू ते आगे अरदास हमारी, जियो पिंड सब तेरा, कौन नानक सब तेरी वड्याई, कोई नाहु ना जाने मेरा। आदि गुरु है ना मैं, जुगाद गुरु है ना मैं, ओ सतगुरु है ना मैं, श्री गुरुदेव ना मैं। आ 97.3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਪ ਸਭ ਤੋਂ ਪਹਿਲਾਂ ਪਿਆਰ ਭਰੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 1 ਚੇਤ ਸੰਮਤ 553 ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 14 ਮਾਰਚ 2021 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ। ਸਭ ਤੋਂ ਪਹਿਲਾਂ ਚੇਤਰ ਦੀ ਸੰਗਰਾਂਦ ਦੀ ਲੱਖ ਲੱਖ ਵਧਾਈ ਹੋਵੇ ਤੇ ਇਸ ਦੇ ਨਾਲ ਹੀ ਨਵਾਂ ਜਿਹੜਾ ਸਾਲ ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਤੋਂ ਸ਼ੁਰੂ ਹੋਇਆ ਹੈ ਉਸ ਦੀ ਵੀ ਸਭ ਨੂੰ ਲੱਖ ਲੱਖ ਵਧਾਈ ਹੋਵੇ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਆਓ ਚੱਲਦੇ ਹਾਂ, ਆਪਣੀ ਹਾਜ਼ਰੀ ਲਗਵਾਉਂਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ।
ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ। ਕਰਮ ਲਿਖਨ ਤੇ ਪਾਈ ਹੈ ਰੁਤ ਸੁਹਾਈ। ਬਾਣ ਤ੍ਰਿਣ ਤ੍ਰੇ ਭਵਨ ਮੌਲੇ ਅੰਮ੍ਰਿਤ ਫਲ ਪਾਏ। ਮਿਲ ਸਾਧੂ ਸੁਖੀ ਉਪਜੈ ਲੱਥੀ ਸਭ ਛਾਈ। ਨਾਨਕ ਸਿਮਰੈ ਇੱਕ ਨਾਮ ਫਿਰ ਬਹੁੜ ਨਾ ਧਾਈ। ਫਿਰ ਬਹੁੜ ਨਾ ਧਾਈ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਜਾਏ ਅਹਮ ਵੇ। ਨਾਨਕ ਪ੍ਰਭ ਸ਼ਰਨਾਗਤੀ ਘਰ ਪ੍ਰਸਾਦ ਗੁਰ ਦੇ। ਪੱਤੇ ਪੱਤੇ ਮਹਾਬਲ ਕਰ ਸਕਟੋਆ ਅਮਰਜਨ ਪਾਏ ਵਿਜ ਕਰੋ। ਰੋਸ ਸਮਿਟ ਕੇ ਨਿਤ ਨਾਮ ਰੋ ਅਗਨ ਰਹਿ ਨਾਮ ਤੇ ਆਏ ਨਾ ਪ੍ਰਵਾਈ ਨਾ ਹੋ। ਜਿਸ ਤੇ ਉਪਦਿਆ ਨਾਨਕਾ ਜਿਸ ਤੇ ਉਪਦਿਆ ਨਾਨਕਾ ਸੋਈ ਫਿਰ ਹੋ। ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ। ਆਪਣੇ ਚਰਨ ਚ ਪਾਏ ਨੇ ਵਿੱਚ ਦਈਓ ਖੜੋਆ। ਰੋਗ ਸੋਗ ਸਮਿਟ ਕੇ ਨਿਤ ਨਵਾਂ ਨਰੋਆ। ਦਿਨ ਰਹਿ ਨਾਮ ਧਿਆਨ ਦਾ ਫਿਰ ਪਾਏ ਨਾ ਮੋਆ। ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। हम संतन के रेन प्यारे। हम संतन की शरणा। हम संतन की शरणा। हम संतन के रेन प्यारे। हम संतन की शरणा। हम संतन की शरणा। संत हमारी ओट सतानी। संत हमारी ओट सतानी। संत हमारा गहना। संत हमारा गहना। संत हमारा गहना। हम संतन की रेन प्यारे। हम संतन की शरणा। हम संतन की शरणा। हम संतन स्यों बन आई। उर्फ लिखिया पाई। हम संतन स्यों बन आई। पूरब लिखिया पाई।
हम संतन की रेन प्यारे, हम संतन की शरणा, हम संतन की शरणा, हम संतन की रेन प्यारे, हम संतन की शरणा, हम संतन की शरणा। संतन सू मेरी लेवा देवी, संतन सू व्यवहारा, संतन सू मेरी लेवा देवी, संतन सू व्यवहारा, संतन स्यों हम लाहा खाटिया, हर भगत परे भंडारा, हर भगत परे भंडारा, हर भगत परे भंडारा। हम संतन के रेन प्यारे, हम संतन की शरणा, हम संतन की शरणा, हम संतन की रेन प्यारे, हम संतन की शरणा, हम संतन की शरणा। संतन मोको पूंजी सौंपी, तो उतरे मन का धोखा, कर्म राय अब कहाँ करेंगो, जो फाटो सगलो लेखा, जो फाटे सगलो लेखा, जो फाटे सगलो लेखा। हम संतन की रेन प्यारे, हम संतन की शरणा, हम संतन की शरणा, हम संतन की रेन प्यारे, हम संतन की शरणा, हम संतन की शरणा। महायानंद पै सुख पाया, संतन के प्रसादे, को नानक हर स्यु मन मानिया, रंग रते बिस्मादे,
रंग रते बिस्मारे, रंग रते बिस्मारे, हम संतन की रेन प्यारे, हम संतन की शरणा, हम संतन की शरणा, हम संतन की रेन प्यारे, हम संतन की शरणा, हम संतन की शरणा, हम संतन की शरणा। ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਰਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਨ ਕਰਦੇ ਹਾਂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਆਨੰਦ ਮੰਗਲ ਗੁਣ ਗਾਓ ਸਹਿਜ ਧੁਨ, ਨਿਹਚਲ ਰਾਜ ਕਮਾਓ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਆਨੰਦ ਮੰਗਲ ਗੁਣ ਗਾਓ ਸਹਿਜ ਧੁਨ, ਨਿਹਚਲ ਰਾਜ ਕਮਾਓ। ਤੁਮ ਘਰ ਆਵਹੁ ਮੇਰੇ ਮੀਤ, ਤੁਮਰੇ ਦੁਖੀ ਹਰ ਆਪ ਨਿਵਾਰੇ। ਅਪਦਾ ਭਈ ਬਤੀਤ ਰਹਾਉ, ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ। ਨਾਸਨ ਭਾਜਨ ਥਾਕੇ, ਘਰ ਮੰਗਲ ਵਾਜਹਿ ਨਿਤ ਵਾਜੇ। ਆਪਣੇ ਖਸਮ ਨਿਵਾਜੇ, ਅਸਥਿਰ ਰਹੋ ਡੋਲਹੁ ਮਤ ਕਬਹੂ। ਗੁਰ ਕੈ ਬਚਨ ਆਧਾਰ, ਜੈ ਜੈਕਾਰ ਸਗਲ ਭੂ ਮੰਡਲ। ਮੁਖ ਉਜਲ ਦਰਬਾਰ, ਜਿਨ ਕੇ ਜੀ ਤਿਨਹਿ ਫੇਰੇ। ਆਪੇ ਭਇਆ ਸਹਾਈ, ਆਚਰਜ ਕੀਆ ਕਰਨ ਹਾਰੈ। ਨਾਨਕ ਸੱਚ ਵਡਿਆਈ, ਜਿਨ ਕੇ ਜੀ
ਤਿਨਹਿ ਫੇਰੇ ਆਪੇ ਭਇਆ ਸਹਾਈ। ਆਚਰਜ ਕੀਆ ਕਰਨ ਹਾਰੈ ਨਾਨਕ ਸੱਚ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾ। ਜਿਨ ਤੁਮ ਭੇਜੇ ਤਿਨ ਹੈ ਬੁਲਾਏ, ਸੁਖ ਸਹਿਜ ਸੇਤੀ ਕਰ ਆਓ। ਆਨੰਦ ਮੰਗਲ ਗੁਣ ਗਾਓ ਸਹਿਜ ਧੁਨ, ਨਿਹਚਲ ਰਾਜ ਕਮਾਓ। ਹੁਣੇ ਅਸੀਂ ਸੁਣ ਰਹੇ ਸੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ। ਇਹ ਹੁਕਮਨਾਮਾ ਸੱਚੇ ਪਾਤਸ਼ਾਹ ਨੇ ਸਾਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਅੱਜ ਸੁਬਾਹ ਬਖਸ਼ਿਸ਼ ਕੀਤਾ ਹੈ। ਅੱਜ ਦਾ ਹੁਕਮਨਾਮਾ ਰਾਗ ਧਨਾਸਰੀ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 678 ਅੰਗ ਤੇ ਸੁਸ਼ੋਭਿਤ ਹੈ। ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਰ੍ਹਾਂ ਪ੍ਰਕਾਸ਼ਿਤ ਕੀਤੀ ਹੈ। ਧਨਾਸਰੀ ਮਹੱਲਾ ਪੰਜਵਾ। ਹੇ ਮੇਰੀ ਜਿੰਦੇ, ਜਿਸ ਨੇ ਤੈਨੂੰ ਸੰਸਾਰ ਵਿੱਚ ਭੇਜਿਆ ਹੈ, ਉਸੇ ਨੇ ਤੈਨੂੰ ਆਪਣੇ ਬਲ ਪ੍ਰੇਰਨਾ ਸ਼ੁਰੂ ਕੀਤੀ ਹੋਈ ਹੈ। ਤੂੰ ਆਨੰਦ ਦੇ ਨਾਲ, ਆਤਮਕ ਅਡੋਲਤਾ ਦੇ ਨਾਲ ਹਿਰਦੇ ਘਰ ਵਿੱਚ ਟਿਕੀ ਰਹੋ। ਹੇ ਜਿੰਦੇ, ਆਤਮਕ ਅਡੋਲਤਾ ਦੀ ਰੌਂ ਵਿੱਚ ਆਨੰਦ, ਖੁਸ਼ੀ ਪੈਦਾ ਕਰਨ ਵਾਲੇ ਹਰੀ ਗੁਣ ਗਾਇਆ ਕਰ। ਇਸ ਤਰ੍ਹਾਂ ਕਾਮਾਦਿਕ ਬੈਰੀਆਂ ਉੱਤੇ ਅਟਲ ਰਾਜ ਕਰ। ਮੇਰੇ ਮਿੱਤਰ ਮਨ, ਹੁਣ ਤੂੰ ਹਿਰਦੇ ਘਰ ਵਿੱਚ ਟਿਕਿਆ ਰਹੋ। ਪਰਮਾਤਮਾ ਨੇ ਆਪ ਹੀ ਕਾਮਾਦਿਕ ਤੇਰੇ ਬੈਰੀ ਦੂਰ ਕਰ ਦਿੱਤੇ ਨੇ। ਕਾਮਾਦਿਕਾਂ ਤੋਂ ਪੈ ਰਹੀ ਮਾਰ ਦੀ ਬਿਪਤਾ ਹੁਣ ਮੁੱਕ ਗਈ ਹੈ। ਸਤਿਗੁਰੂ ਜੀ ਵਿਸ਼ਰਾਮ ਦੇ ਕੇ ਅੱਗੇ ਫਰਮਾਉਂਦੇ ਨੇ, ਹੇ ਮੇਰੀ ਜਿੰਦੇ, ਸਭ ਕੁਝ ਕਰ ਸਕਣ ਵਾਲੇ ਖਸਮ ਪ੍ਰਭੂ ਨੇ ਜਿਨ੍ਹਾਂ ਉੱਤੇ ਮਿਹਰ ਕੀਤੀ ਹੈ, ਉਹਨਾਂ ਦੇ ਅੰਦਰ ਉਸਨੇ ਆਪਣਾ ਆਪ ਪ੍ਰਗਟ ਕਰ ਦਿੱਤਾ। ਉਹਨਾਂ ਦੀਆਂ ਭਟਕਣਾਂ ਮੁੱਕ ਗਈਆਂ। ਉਹਨਾਂ ਦੇ ਹਿਰਦੇ ਘਰ ਵਿੱਚ ਆਤਮਕ ਆਨੰਦ ਦੀ ਮਾਨੋ ਬਾਜੇ ਵੱਜਣ ਲੱਗ ਪੈਂਦੇ ਨੇ। ਹੇ ਜਿੰਦੇ, ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ, ਗੁਰੂ ਦੇ ਆਸਰੇ ਰਹਿ ਕੇ ਤੂੰ ਵੀ ਕਾਮਾਦਿਕ ਬੈਰੀਆਂ ਦੇ ਟਾਕਰੇ ਤੇ ਪੱਕੇ ਪੈਰੀਂ ਖਲੋ ਜਾ। ਵੇਖੀ ਹੁਣ ਕਦੇ ਵੀ ਨਾ ਡੋਲੀ। ਸਾਰੀ ਸ੍ਰਿਸ਼ਟੀ ਵਿੱਚ ਸੋਭਾ ਹੋਵੇਗੀ। ਪ੍ਰਭੂ ਦੀ ਹਜ਼ੂਰੀ ਦੇ ਵਿੱਚ ਤੇਰਾ ਮੁਖ ਉਜਲਾ ਹੋਵੇਗਾ। ਹੇ ਨਾਨਕ, ਜਿਸ ਪ੍ਰਭੂ ਜੀ ਨੇ ਜੀਵ ਪੈਦਾ ਕੀਤੇ ਹੋਏ ਨੇ, ਉਹ ਆਪ ਹੀ ਇਹਨਾਂ ਨੂੰ ਵਿਕਾਰਾਂ ਵੱਲੋਂ ਮੋੜਦਾ ਹੈ। ਉਹ ਆਪ ਹੀ ਮਦਦਗਾਰ ਬਣਦਾ ਹੈ। ਸਭ ਕੁਝ ਕਰ ਸਕਣ ਵਾਲੇ ਪਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ। ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਤੇ ਆਓ ਚੱਲਦੇ ਹਾਂ, ਇੱਕ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਸੰਤ ਜਨਾ ਮੇਲ ਬੋਲੋ ਰਾਮ, ਸੰਤ ਜਨਾ ਮੇਲ ਬੋਲੋ ਰਾਮ, ਸਭ ਦੇ ਨਿਰਮਲ ਪੂਰਨ ਕਾਮ। ਸਭ ਦੇ ਨਿਰਮਲ ਪੂਰਨ ਕਾਮ, ਸਭ ਦੇ ਨਿਰਮਲ
संत जना मेल बोलो राम संत जना मेल बोलो राम सब दे निर्मल पूरन काम सब दे निर्मल पूरन काम सब दे निर्मल पूरन काम संग जना मेल बोलो राम संग जना मेल बोलो राम 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 संग कारो व्यवहार राम 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 आधार राम राम संग कारो व्यवहार राम 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 आधार राम 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 कीर्तन गाए राम 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 कीर्तन गाए राम राम सब रे भूषणाय संत जना मेल बोलो राम संत जना मेल बोलो राम सब दे निर्मल पूरन काम सब दे निर्मल पूरन काम सब दे निर्मल पूरन काम संत जना मेल बोलो राम संत जना मेल बोलो राम 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 तान संतु पंडार राम 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 कर आहार राम राम धन संतु पंडार राम 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 कर आहार राम राम विसर नहीं जाए राम राम विसर नहीं जाए कर कृपा गुरु दिया बताए संग जना मेल बोलो राम संग जना मेल बोलो राम सब दे निर्मल पूरन काम सब दे निर्मल पूरन काम सब दे निर्मल पूरन काम संग जना मेल बोलो राम संग जना मेल बोलो राम 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 सदा सहाय राम 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 लिवलाय राम
ਰਾਮ ਰਾਮ ਜਪ ਨਿਰਮਲ ਭਈ ਰਾਮ ਰਾਮ ਜਪ ਨਿਰਮਲ ਭਈ ਜਨਮ ਜਨਮ ਕਿਲ ਵੇਖੁ ਕੈ ਸੰਗ ਰਾਮ ਬੋਲੋ ਰਾਮ ਸੰਗ ਰਾਮ ਬੋਲੋ ਰਾਮ ਸਭ ਦੇ ਨਿਰਮਲ ਪੂਰਨ ਕਾ ਸਭ ਦੇ ਨਿਰਮਲ ਪੂਰਨ ਕਾ ਸਭ ਦੇ ਨਿਰਮਲ ਪੂਰਨ ਕਾਮ ਸੰਗ ਰਾਮ ਬੋਲੋ ਰਾਮ ਸੰਗ ਰਾਮ ਬੋਲੋ ਰਾਮ ਰਮਤ ਰਾਮ ਜਨਮ ਮਰਨ ਨਿਵਾਰ ਉਜਰਤ ਰਾਮ ਵੈਪਾਰ ਉਤਾਰੇ ਰਮਤ ਰਾਮ ਜਨਮ ਮਰਨ ਨਿਵਾਰ ਉਜਰਤ ਰਾਮ ਵੈਪਾਰ ਉਤਾਰ ਸਭ ਦੇ ਰਾਮ ਪ੍ਰਗਾਸ ਸਭ ਤੇ ਪੂਜ ਰਾਮ ਪ੍ਰਗਾਸ ਜਿਸ ਬਾਸਰ ਜਾ ਨਾਨਕ ਦਾਸ ਸੰਗ ਰਾਮ ਬੋਲੋ ਰਾਮ ਸੰਗ ਰਾਮ ਬੋਲੋ ਰਾਮ ਸਭ ਦੇ ਨਿਰਮਲ ਪੂਰਨ ਕਾ ਸਭ ਦੇ ਨਿਰਮਲ ਪੂਰਨ ਕਾ ਸਭ ਦੇ ਨਿਰਮਲ ਪੂਰਨ ਕਾ ਸੰਗ ਰਾਮ ਬੋਲੋ ਰਾਮ ਸੰਗ ਰਾਮ ਬੋਲੋ ਰਾਮ ਸੰਤ ਜਨਾ ਮਿਲ ਬੋਲੋ ਰਾਮ ਮਿਲ ਬੋਲੋ ਰਾਮ ਰਾਮ ਬੋਲੋ ਰਾਮ ਹਾਂਜੀ, ਇਹ ਸਨ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਰਾਗ ਗਾਉਣ ਦੇ ਵਿੱਚ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। Tanasri Fifth Mahal, the one who sent you has now recalled you. Return to your home now in peace and pleasure. In bliss and ecstasy, sing his glorious praises. By this celestial tune, you shall acquire your everlasting kingdom. Come back to your home, O my friend. The Lord Himself has eliminated your enemies, and your misfortunes are past. Pause. God, the Creator Lord, has glorified you, and your running and rushing around has ended. In your home there is rejoicing. The musical instruments continually play, and your husband Lord has exalted you. Remain firm and steady, and do not ever waver. Take the Guru's word as your sport. You shall be applauded and congratulated all over the world, and your face shall be radiant in the court of the Lord. All beings belong to Him. He Himself transforms them, and He Himself becomes their help and support. The Creator Lord has worked a wondrous miracle. O Nanak,
His glorious greatness is true। ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ। ਜਿਵੇਂ ਕਿ ਅਸੀਂ ਪਹਿਲੇ ਵੀ ਆਪ ਜੀ ਦੇ ਨਾਲ ਇਹ ਸਾਂਝ ਪਾਈ ਸੀ ਕਿ ਅੱਜ ਸੰਗਰਾਂਦ ਦਾ ਦਿਹਾੜਾ ਹੈ, ਚੇਤਰ ਦੀ ਸੰਗਰਾਂਦ ਹੈ, ਤੇ ਨਾਲ ਦੀ ਨਾਲ ਨਵਾਂ ਸਾਲ ਵੀ ਅੱਜ ਜਿਹੜਾ ਹੈ ਸ਼ੁਰੂ ਹੁੰਦਾ ਹੈ ਚੇਤਰ ਦੇ ਮਹੀਨੇ ਤੋਂ। ਤੇ ਆਓ ਇੱਕ ਸ਼ਬਦ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਦੀ ਆਵਾਜ਼ ਦੇ ਵਿੱਚ ਜਿਹੜਾ ਹੈ ਸਰਵਣ ਕਰਦੇ ਹਾਂ, ਜਿਹੜਾ ਕਿ 12 ਮਾਝ ਮਹੱਲਾ ਪੰਜਵੇਂ ਪਾਤਸ਼ਾਹ ਦੇ ਉਚਾਰਨ ਕੀਤਾ ਹੋਇਆ 12 ਮਹਾਂ, ਤੇ ਉਹਦਾ ਜਿਹੜਾ ਸ਼ੁਰੂਆਤ ਹੁੰਦੀ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਆਓ ਇਹ ਸ਼ਬਦ ਸਰਵਣ ਕਰਦੇ ਹਾਂ। 12ਵਾਂ ਮਾਝ ਮਹੱਲਾ ਪੰਜਵਾਂ ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਰ ਕਿਰਪਾ ਮੇਲੋ ਰਾਮ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਰ ਕਿਰਪਾ ਮੇਲੋ ਰਾਮ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਹਿ ਜਿਸ ਬ੍ਰਹਮੀ। ਚਾਰ ਕੁੰਟ ਦਹਿ ਜਿਸ ਬ੍ਰਹਮੀ। ਥਕ ਆਏ ਪ੍ਰਭ ਕੀ ਸਾਮ। ਥਕ ਆਏ ਪ੍ਰਭ ਕੀ ਸਾਮ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਰ ਕਿਰਪਾ ਮੇਲੋ ਰਾਮ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਹਿ ਤਿਸ ਬ੍ਰਹਮੀ। ਚਾਰ ਕੁੰਟ ਦਹਿ ਤਿਸ ਬ੍ਰਹਮੀ। ਥਕ ਆਏ ਪ੍ਰਭ ਕੀ ਸਾਮ। ਥਕ ਆਏ ਪ੍ਰਭ ਕੀ ਸਾਮ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਰ ਕਿਰਪਾ ਮੇਲੋ ਰਾਮ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਤੇਨ ਦੁਦੈ ਤੇ ਬਾਹਰੀ ਕਿਤੇ ਨ ਆਵੇ ਕਾਂ। ਕਿਤੇ ਨ ਆਵੇ ਕਾਂ। ਤੇਨ ਦੁਦੈ ਤੇ ਬਾਹਰੀ ਕਿਤੇ ਨ ਆਵੇ ਕਾਂ। ਕਿਤੇ ਨ ਆਵੇ ਜਲ ਬਿਨ ਸਾਖ ਕੁਮਲਾਵਤੀ। ਉਪਜੈ ਨਾਹੀ ਦਾਨ। ਉਪਜੈ ਨਾਹੀ ਦਾਨ। ਉਪਜੈ ਨਾਹੀ ਦਾਨ। ਉਪਜੈ ਨਾਹੀ ਦਾਨ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਰ ਕਿਰਪਾ ਮੇਲੋ ਰਾਮ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ।
चार कुंट दह दिस ब्रह्मे, चार कुंट दह दिस ब्रह्मे, थक आए प्रभु की साम, थक आए प्रभु की साम। कीर्त कर्म के छिड़े कर कृपा मेलो राम। कीर्त कर्म के बिछड़े कर कृपा मेलो राम। हर नाम मिलिए साजने, कत पाइए बिसराम, कत पाइए बिसराम। हर नाम मिलिए साजने, कत पाइए बिसराम, कत पाइए बिसराम। जित कर हर कंतना प्रगटई, पट नगर से ग्राम, पट नगर से ग्राम, पट नगर से ग्राम, पट नगर से ग्राम। कीर्त कर्म के छिड़े कर कृपा मेलो राम। कीर्त कर्म के छिड़े कर कृपा मेलो राम। ਸਰਬ ਸਿੰਗਾਰ ਤੰਬੋਲ ਰਸ, ਸਣ ਦੇ ਹੀ ਸਭ ਖਾਂ, ਸਣ ਦੇ ਹੀ ਸਭ ਖਾਂ। ਸਰਬ ਸਿੰਗਾਰ ਤੰਬੋਲ ਰਸ, ਸਣ ਦੇ ਹੀ ਸਭ ਖਾਂ, ਸਣ ਦੇ ਹੀ ਸਭ ਖਾਂ। ਪ੍ਰਭ ਸੁਆਮੀ ਗੰਤ ਵਿਹੂਣੀਆਂ, ਮੀਤ ਸਜਣ ਸਭ ਜਾਨ, ਮੀਤ ਸਜਣ ਸਭ ਜਾਨ, ਮੀਤ ਸਜਣ ਸਭ ਜਾਨ, ਮੀਤ ਸਜਣ ਸਭ ਜਾਨ। ਕੀਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕੀਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। नानक की बेनंतिया कर कृपा दीजे नाम, कृपा दीजे नाम। नानक की बेनंतिया कर कृपा दीजे नाम, कृपा दीजे हर मेलो स्वामी संग प्रभु
जिसका नेह जलता, जिसका नेह जलता, जिसका नेह जलता, जिसका नेह जलता, किरत कर्म के बिछड़े कर कृपा मेलो राम। किरत कर्म के बिछड़े कर कृपा मेलो राम। चार कुंट दह दिस ब्रह्म, चार कुंट दह दिस ब्रह्म, थक आए प्रभु की साम, थक आए प्रभु की साम। किरत कर्म के बिछड़े कर कृपा मेलो राम। किरत कर्म के बिछड़े कर कृपा मेलो राम, कर कृपा मेलो राम, कर कृपा मेलो राम। 97.3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ। ਤੇ ਹੁਣੇ ਅਸੀਂ ਇਹ ਸ਼ਬਦ ਸਰਵਨ ਕੀਤਾ ਹੈ ਜਿਸ ਨੂੰ ਗਾਇਨ ਕੀਤਾ ਸੀ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ। ਤੇ ਆਓ ਚੱਲਦੇ ਹਾਂ ਹੁਣ ਸੰਗਰਾਂਦ ਦਾ ਹੁਕਮਨਾਮਾ ਸਰਵਨ ਕਰਦੇ ਹਾਂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਾਰਹ ਮਹਾ ਮਾਝ ਮਹੱਲਾ ਪੰਜਵਾ। ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲਹੁ ਰਾਮ। ਚਾਰ ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲਹੁ ਰਾਮ। ਚਾਰ ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਧੇਨ ਦੁੱਧੈ ਤੇ ਬਾਹਰੀ ਕਿਤੇ ਨ ਆਵੈ ਕਾਮ। ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ। ਹਰ ਨਹ ਨ ਮਿਲਿਐ ਸਾਜਨ ਕਤ ਪਾਈਐ ਬਿਸਰਾਮ। ਜਿਤ ਘਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ। ਸਰਬ ਸਿੰਗਾਰ ਤੰਬੋਲ ਰਸ ਸਨ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ।
ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ। ਹਰ ਮਿਲਹੁ ਸੁਆਮੀ ਸੰਗ ਪ੍ਰਭ ਜਿਸ ਕਾ ਨੇਚਲ ਧਾਮ। ਚੇਤ ਗੋਵਿੰਦ ਅਰਾਧੀਐ ਹੋਵੇ ਆਨੰਦ ਕਣਾ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਨਾ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ। ਇਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ। ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁਖ ਗਣਾ। ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਨਾ। ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ। ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 12 ਮਹਾ ਮਾਝ ਮਹੱਲਾ ਪੰਜਵਾ। ਘਰ ਚੌਥਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲਹੁ ਰਾਮ। ਚਾਰ ਕੁੰਟ ਦਹਿ ਦਿਸ ਭ੍ਰਮ ਆਏ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਚਾਰ ਕੁੰਟ ਦਹਿ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਹੁਣ ਅਸੀਂ ਅੱਜ ਦੇ ਸੰਗਰਾਂਦ ਦਾ ਹੁਕਮਨਾਮਾ ਸਰਵਣ ਕੀਤਾ ਹੈ ਤੇ ਆਓ ਚੱਲਦੇ ਹਾਂ ਅੱਜ ਦੇ ਇਸ ਸੰਗਰਾਂਦ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਵੱਲ, ਜਿਹੜੀ ਧਰਮਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। 12 ਮਾਝ ਮਹੱਲਾ ਪੰਜਵਾ। ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੇ ਪ੍ਰਭੂ, ਅਸੀਂ ਆਪਣੇ ਕਰਮਾਂ ਦੀ ਕਮਾਈ ਅਨੁਸਾਰ ਤੈਥੋਂ ਵਿਛੜੇ ਹੋਏ ਹਾਂ, ਤੈਨੂੰ ਵਿਸਾਰੀ ਬੈਠੇ ਹਾਂ। ਮਿਹਰ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਮਿਲਾਵੋ। ਮਾਇਆ ਦੇ ਮੋਹ ਵਿੱਚ ਫਸ ਕੇ ਚਫੇਰੇ ਹਰ ਪਾਸੇ ਸੁੱਖਾਂ ਦੀ ਖਾਤਰ ਭਟਕਦੇ ਰਹੇ ਹਾਂ। ਹੁਣ ਹੇ ਪ੍ਰਭੂ, ਥੱਕ ਕੇ ਤੇਰੀ ਸ਼ਰਨ ਆਏ ਹਾਂ। ਜਿਵੇਂ ਦੁੱਧ ਤੋਂ ਸੱਖਣੀ ਗਾਂ ਕਿਸੇ ਕੰਮ ਨਹੀਂ ਆਉਂਦੀ, ਜਿਵੇਂ ਪਾਣੀ ਤੋਂ ਬਿਨਾਂ ਖੇਤੀ ਸੁੱਕ ਜਾਂਦੀ ਹੈ, ਫਸਲ ਨਹੀਂ ਪੱਕਦੀ ਤੇ ਉਸ ਖੇਤੀ ਦੇ ਵਿੱਚੋਂ ਧਨ ਦੀ ਕਮਾਈ ਨਹੀਂ ਹੋ ਸਕਦੀ, ਤਿਵੇਂ ਪ੍ਰਭੂ ਦੇ ਨਾਮ ਤੋਂ ਬਿਨਾਂ ਸਾਡਾ ਜੀਵਨ ਵਿਅਰਥ ਚਲਾ ਜਾਂਦਾ ਹੈ। ਸੱਜਣ ਖਸਮ ਪ੍ਰਭੂ ਨੂੰ ਮਿਲਣ ਤੋਂ ਬਿਨਾਂ ਕਿਸੇ ਹੋਰ ਥਾਂ ਸੁੱਖ ਵੀ ਨਹੀਂ ਮਿਲਦਾ। ਸੁੱਖ ਮਿਲੇ ਵੀ ਕਿਵੇਂ, ਜਿਸ ਹਿਰਦੇ ਘਰ ਵਿੱਚ ਪਤੀ ਪ੍ਰਭੂ ਆ ਨਾ ਵਸੇ। ਉਸ ਦੇ ਭਾ ਦੇ ਬਸਦੇ ਪਿੰਡ ਤੇ ਸ਼ਹਿਰ ਤਪਦੀ ਭੱਠੀ ਵਰਗੇ ਹੁੰਦੇ ਨੇ। ਇਸਤਰੀ ਨੂੰ ਪਤੀ ਤੋਂ ਬਿਨਾਂ ਸਰੀਰ ਦੇ ਸਾਰੇ ਸ਼ਿੰਗਾਰ, ਪਾਨਾਂ ਦੇ ਵੀੜੇ ਤੇ ਹੋਰ ਰਸ ਆਪਣੇ ਸਰੀਰ ਸਮੇਤ ਵਿਅਰਥ ਦਿਸਦੇ ਨੇ। ਤਿਵੇਂ ਮਾਲਕ ਖਸਮ ਪ੍ਰਭੂ ਦੀ ਯਾਦ ਤੋਂ ਬਿਨਾਂ ਸਾਰੇ ਸੱਜਣ ਮਿੱਤਰ ਜਿੰਦ ਦੇ ਬੈਰੀ ਹੋ ਢੁੱਕਦੇ ਨੇ। ਤਾਈਓ ਨਾਨਕ ਦੀ ਇਹ ਬੇਨਤੀ ਹੈ, ਹੇ ਪ੍ਰਭੂ,
ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਬਖਸ਼। ਹੇ ਹਰੀ, ਆਪਣੇ ਚਰਨਾਂ ਵਿੱਚ ਮੈਨੂੰ ਜੋੜੀ ਰੱਖ। ਹੋਰ ਸਾਰੇ ਆਸਰੇ ਪਰ ਨੇ ਨਾਸਵੰਤ ਹਨ, ਇੱਕ ਤੇਰਾ ਘਰ ਹੀ ਸਦਾ ਅਟਲ ਰਹਿਣ ਵਾਲਾ ਹੈ। ਤੇ ਅੱਗੇ ਸਤਿਗੁਰੂ ਜੀ ਚੇਤ ਦੇ ਮਹੀਨੇ ਦਾ ਜਿਹੜਾ ਹੈ ਉਹਦੇ ਬਾਰੇ ਸ਼ਬਦ ਦੇ ਵਿੱਚ ਉਚਾਰਨ ਕਰਦੇ ਨੇ। ਚੇਤ ਦੇ ਵਿੱਚ ਬਸੰਤ ਰੁੱਤ ਆਉਂਦੀ ਹੈ, ਹਰ ਪਾਸੇ ਖਿੜੀ ਫੁਲਵਾੜੀ ਮਨ ਨੂੰ ਆਨੰਦ ਦਿੰਦੀ ਹੈ। ਜੇ ਪ੍ਰਮਾਤਮਾ ਨੂੰ ਸਿਮਰੀਏ ਤਾਂ ਸਿਮਰਨ ਦੀ ਬਰਕਤ ਦੇ ਨਾਲ ਬਹੁਤ ਆਤਮਕ ਆਨੰਦ ਹੋ ਸਕਦਾ ਹੈ, ਪਰ ਜੀਵ ਦੇ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤ ਸੰਤ ਜਨਾਂ ਨੂੰ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ। ਉਸੇ ਬੰਦੇ ਨੂੰ ਜਗਤ ਵਿੱਚ ਜੰਮਿਆ ਸਮਝੋ, ਭਾਵ ਕਿ ਉਸੇ ਦਾ ਹੀ ਜਨਮ ਸਫਲ ਸਮਝੋ ਜਿਸ ਨੇ ਸਿਮਰਨ ਦੀ ਸਹਾਇਤਾ ਦੇ ਨਾਲ ਆਪਣੇ ਪ੍ਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ, ਕਿਉਂਕਿ ਪ੍ਰਮਾਤਮਾ ਦੀ ਯਾਦ ਤੋਂ ਬਿਨਾਂ ਇੱਕ ਖਿਣ ਮਾਤਰ ਸਮਾਂ ਗੁਜ਼ਾਰਿਆ ਵੀ ਜ਼ਿੰਦਗੀ ਵਿਅਰਥ ਬੀਤੀ ਜਾਣੋ। ਜਿਹੜਾ ਪ੍ਰਭੂ ਪਾਣੀ ਦੇ ਵਿੱਚ, ਧਰਤੀ ਦੇ ਵਿੱਚ, ਆਕਾਸ਼ ਦੇ ਵਿੱਚ, ਜੰਗਲਾਂ ਦੇ ਵਿੱਚ ਹਰ ਥਾਂ ਵਿਆਪਕ ਹੈ, ਐਸਾ ਪ੍ਰਭੂ ਕਿਸੇ ਮਨੁੱਖ ਦੇ ਹਿਰਦੇ ਵਿੱਚ ਨਾ ਵਸੇ ਤਾਂ ਉਸ ਮਨੁੱਖ ਦਾ ਮਾਨਸਿਕ ਦੁੱਖ ਬਿਆਨ ਨਹੀਂ ਹੋ ਸਕਦਾ। ਪਰ ਜਿਨ੍ਹਾਂ ਬੰਦਿਆਂ ਨੇ ਉਸ ਸਰਵ ਵਿਆਪਕ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ, ਉਹਨਾਂ ਦਾ ਵੱਡਾ ਭਾਗ ਜਾਗ ਪੈਂਦਾ ਹੈ। ਨਾਨਕ ਦਾ ਮਨ ਵੀ ਹਰੀ ਦੇ ਦੀਦਾਰ ਨੂੰ ਤਾਂਘਦਾ ਹੈ। ਨਾਨਕ ਦੇ ਮਨ ਵਿੱਚ ਹਰੀ ਦਰਸ਼ਨ ਦੀ ਪਿਆਸ ਹੈ। ਜਿਹੜਾ ਮਨੁੱਖ ਮੈਨੂੰ ਹਰੀ ਦਾ ਮਿਲਾਪ ਕਰਾ ਦੇਵੇ, ਮੈਂ ਉਸ ਦੇ ਚਰਨੀ ਲੱਗਾਂਗਾ। ਸਤਿਗੁਰੂ ਜੀ ਐਸਾ ਫਰਮਾ ਰਹੇ ਨੇ। ਤੇ ਆਓ ਚੱਲਦੇ ਹਾਂ ਚੇਤਰ ਦੇ ਮਹੀਨੇ ਦਾ ਇਹ ਸ਼ਬਦ ਜਿਹੜਾ ਹੈ, ਇਸ ਨੂੰ ਕੀਰਤਨ ਰੂਪ ਦੇ ਵਿੱਚ ਸਰਵਣ ਕਰਦੇ ਹਾਂ। ਚੇਤ ਗੋਬਿੰਦ ਆਰਾਧਿਐ, ਚੇਤ ਗੋਬਿੰਦ ਆਰਾਧਿਐ, ਹੋਵੈ ਆਨੰਦ ਕਣਾ, ਹੋਵੈ ਆਨੰਦ ਕਣਾ। ਚੇਤ ਗੋਬਿੰਦ ਆਰਾਧਿਐ, ਚੇਤ ਗੋਬਿੰਦ ਆਰਾਧਿਐ, ਹੋਵੈ ਆਨੰਦ ਕਣਾ, ਹੋਵੈ ਆਨੰਦ ਕਣਾ। ਸੰਤ ਜਨਾ ਮਿਲ ਪਾਇਐ, ਸੰਤ ਜਨਾ ਮਿਲ ਪਾਇਐ, ਰਸਨਾ ਨਾਮ ਪਣਾ, ਰਸਨਾ ਨਾਮ ਪਣਾ। ਚੇਤ ਗੋਬਿੰਦ ਆਰਾਧਿਐ, ਜਿਨ ਪਾਇਆ ਪ੍ਰਭ ਆਪਣਾ, ਆਇ ਤਿਸੈ ਗਣਾ। ਜਿਨ ਪਾਇਆ ਪ੍ਰਭ ਆਪਣਾ, ਆਇ ਤਿਸੈ ਗਣਾ। ਇਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਾਣਾ। ਇਕ ਖਿਨ ਤਿਸ ਬਿਨ ਜੀਵਣਾ, ਇਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਾਣਾ, ਬਿਰਥਾ ਜਨਮ ਜਾਣਾ। ਚੇਤ ਗੋਬਿੰਦ ਆਰਾਧਿਐ, ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਬਣਾ।
ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁਖ ਗਣਾ ਸੋ ਪ੍ਰਭ ਚਿਤ ਨ ਆਵਈ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁਖ ਗਣਾ ਕਿਤੜਾ ਦੁਖ ਗਣਾ ਚੇਤ ਗੋਬਿੰਦ ਅਰਾਧਿਐ ਜਿਨੀ ਰਾਵਿਆ ਸੋ ਪ੍ਰਭੂ ਤਿਨਾ ਪਾਗ ਮਣਾ ਜਿਨੀ ਰਾਵਿਆ ਸੋ ਪ੍ਰਭੂ ਤਿਨਾ ਪਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਦਰਸ਼ਨ ਕੋ ਮਨ ਲੋਚਦਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਤਿਸ ਕੈ ਪਾਏ ਲਗਾ ਤਿਸ ਕੈ ਪਾਏ ਲਗਾ ਹਾਂਜੀ, ਇਹ ਸਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਨ ਕੀਤਾ ਹੈ। ਤੇ ਆਓ ਚੱਲਦੇ ਹਾਂ ਹੁਣ 12 ਮਾਹ ਸੰਗਰਾਂਦ ਦੇ ਇਸ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜਾ ਕਿ ਅਸੀਂ ਲਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। 12 ਮਾਹ ਦੀ 12 months, March, 5th Mahal, 4th house, one universal creator God, by the grace of the true Guru. By the actions we have committed, we are separated from you. Please show your mercy and unite us with yourself, Lord. We have grown weary of wandering to the 4 corners of the earth and in the 10 directions. We have come to your sanctuary, God. Without milk, a cow serves no purpose. Without water, the crop withers, and it will not bring a good price. If we do not meet the Lord, our friend, how can we find our place of rest? Those homes, those hearts in which the husband Lord is not manifest, those towns and villages are like burning furnaces. All decorations, the chewing of betel to sweeten the breath, and the body itself are all useless and vain. Without God, our husband, our Lord and Master, all friends and companions are like the messenger of death. This is Nanak's prayer. Please show mercy. Please show your mercy and bestow your name. O my Lord and Master, please unite me with yourself, O God, in the eternal mansion of your presence. In the month of Chet, by meditating on the Lord of the universe, a deep and profound joy arises. Meeting with the humble saints,
the Lord is found as we chant his name with our tongues. Those who have found God, blessed is their coming into this world. Those who live without him for even an instant, their lives are rendered useless. The Lord is totally pervading the water, the land, and all space. He is contained in the forests as well. Those who do not remember God, how much pain must they suffer? Those who dwell upon their God have great good fortune. My mind yearns for the blessed vision of the Lord's darshan. O Nanak, my mind is so thirsty. I touch the feet of one who unites me with God in the month of Chet. ਇਹ ਸੀ ਅੱਜ ਦੇ ਸੰਗਰਾਂਦ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ। ਸਤਿਗੁਰੂ ਜੀ ਨੇ ਇਹ ਸਾਨੂੰ ਦੱਸਿਆ ਹੈ ਕਿ ਕਿਵੇਂ ਜਿਹੜਾ ਸੁਹਾਵਣਾ ਮੌਸਮ ਹੈ ਇਹਦੇ ਵਿੱਚ ਅਸੀਂ ਉਸ ਪ੍ਰਮਾਤਮਾ ਦਾ ਨਾਮ ਅਗਰ ਜਪਦੇ ਹਾਂ ਤਦ ਹੀ ਸਾਡਾ ਜੀਵਨ ਸਫਲ ਹੈ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਨ ਕਰਦੇ ਹਾਂ ਜਿਸ ਨੂੰ ਗਾਇਨ ਕੀਤਾ ਹੈ ਸੰਤ ਅਨੂਪ ਸਿੰਘ ਜੀ ਉਹਨਾਂ ਸਾਹਿਬ ਵਾਲਿਆਂ ਨੇ। प्रभ जी को नाम जपत मन प्रभ जी को नाम जपत मन प्रभ जी को नाम जपत मन बहु प्रकार खोजे सब ताको बिखम ना जाई प्रकार खोजे सब ताको बिखम ना जाई ले बहु प्रकार खोजे सब ताको बहु प्रकार खोजे सब ताको बिखम न जाई ले प्रभ जी को नाम जपत मन चैन प्रभ जी को नाम जपत मन चैन व्रत तिलक स्नाना पुण्य दान बोधे पूजा व्रत तिलक स्नाना पुण्य दान बोधे काहू ना पीजे संजम स्वामी काहू ना पीजे संजम स्वामी बोले मीठे बैन प्रभ जी को नाम जपत मन चैन प्रभ जी को नाम जपत मन चैन
ਤਾਪ ਪਰਮਨ ਬਸਦਾ ਘਰ ਜਾਪ ਤਾਪ ਪਰਮਨ ਬਸਦਾ ਘਰ ਉਰਦ ਤਾਪ ਲੈ ਗਏ ਉਰਦ ਤਾਪ ਲੈ ਗਏ ਇਹ ਬਿਦਨ ਪਤਿਆਂ ਨੂੰ ਠਾਕੁਰ ਇਹ ਬਿਦਨ ਪਤਿਆਂ ਨੂੰ ਠਾਕੁਰ ਜੋਗ जुगत कारजै प्रभ जी को नाम जपत मन चैन प्रभ जी को नाम जपत मन चैन ਅੰਮ੍ਰਿਤ ਨਾਮ ਨਿਰਮੋਲਕ ਹਰ ਜਸ ਤਿਨ ਪਾਇਓ ਜਿਸ ਕਿਰਪੈ ਅੰਮ੍ਰਿਤ ਨਾਮ ਨਿਰਮੋਲਕ ਹਰ ਜਸ ਤਿਨ ਪਾਇਓ ਜਿਸ ਕਿਰਪੈ ਸਾਧ ਸੰਗ ਰੰਗ ਪ੍ਰਭ ਭੇਟੇ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ प्रभ जी को नाम जपत मन चैन बहु प्रकार खोजे सब ताको बहु प्रकार खोजे सब ताको विखम ना जाई प्रकार खोजे सब ताको बिखम ना जाई लैन बिखम ना जाई लैन बहु प्रकार खोजे सब ताको बहु प्रकार खोजे सब ताको बिखम न जाई लैन प्रभ जी को नाम जपत मन चैन प्रभ जी को नाम जपत मन चैन प्रभ जी को नाम जपत मन चैन 97.3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਨ ਕਰੋਗੇ ਤੇ ਜਿਵੇਂ ਸਾਡੇ ਸਰੋਤੇ ਜਾਣਦੇ ਨੇ ਕਿ ਪਿਛਲੇ ਕੁਝ ਪ੍ਰੋਗਰਾਮਾਂ ਤੋਂ ਅਸੀਂ ਇੱਕ ਲੜੀ ਸ਼ੁਰੂ ਕੀਤੀ ਹੈ ਜਿਹੜੀ ਕਿ ਸੰਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਡਾਕਟਰ ਸਰੂਪ ਸਿੰਘ ਅਲੱਗ ਉਹਨਾਂ ਦੇ ਲਿਖੇ ਹੋਏ ਵਿਚਾਰ ਆਪ ਦੇ ਨਾਲ ਅਸੀਂ ਸਾਂਝੇ ਕਰਦੇ ਆ ਰਹੇ ਹਾਂ ਤੇ ਇਹਨਾਂ ਹੀ ਵਿਚਾਰਾਂ ਨੂੰ ਅੱਗੇ ਵਧਾਵਾਂਗੇ ਤੇ ਡਾਕਟਰ ਸਰੂਪ ਸਿੰਘ ਜੀ ਅਲੱਗ ਉਹਨਾਂ ਨੇ ਇੱਕ ਸਫ਼ਾ ਜਾਂ ਦੋ ਸਫ਼ੇ ਦੇ ਵਿੱਚ
ਜਿਹੜੀਆਂ ਸਿੱਖਿਆਵਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਦਿੰਦੇ ਨੇ, ਉਹਨਾਂ ਦਾ ਜ਼ਿਕਰ ਕੀਤਾ ਹੈ ਗੁਰਬਾਣੀ ਦੀ ਸੇਧ ਦੇ ਵਿੱਚ। ਤੇ ਆਓ ਲੜੀ ਨੂੰ ਜੋੜਨ ਦੇ ਲਈ ਜਿਹੜਾ ਹੈ ਜਿੱਥੋਂ ਅਸੀਂ ਖਤਮ ਕੀਤਾ ਸੀ ਉੱਥੋਂ ਸ਼ੁਰੂ ਕਰਦੇ ਹਾਂ। ਜਿਹੜਾ ਸੰਦੇਸ਼ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਰਮਾਤਮਾ ਬਾਰੇ, ਸਰਵ ਵਿਆਪਕ ਪਰਮਾਤਮਾ ਭਾਵ ਕਿ ਓਮਨੀ ਪ੍ਰੈਜੈਂਟ ਗੋਡ। ਡਾਕਟਰ ਸਾਹਿਬ ਲਿਖਦੇ ਨੇ ਕਿ ਜੋ ਕੁਝ ਵੀ ਸਾਨੂੰ ਦਿਸਦਾ ਹੈ ਇਸ ਦਾ ਸਿਰਜਣਹਾਰ ਪਰਮਾਤਮਾ ਹੈ। ਜੋ ਸਾਨੂੰ ਨਹੀਂ ਵੀ ਦਿਸ ਰਿਹਾ ਉਸ ਦੀ ਵੀ ਸਿਰਜਣਾ ਤੇ ਮਾਲਕੀ ਪਰਮਾਤਮਾ ਦੀ ਹੀ ਮੰਨੀ ਜਾਂਦੀ ਹੈ। ਉਹ ਆਪਣੀ ਸਾਰੀ ਰਚਨਾ ਨੂੰ ਆਪ ਦੇਖਭਾਲ ਕਰਦਾ ਹੈ, ਇਸ ਲਈ ਉਹ ਸਰਵ ਵਿਆਪੀ ਹੈ। ਕਣ ਕਣ ਵਿੱਚ ਉਸ ਦਾ ਵਾਸਾ ਹੈ। ਜੋ ਕੁਝ ਵੀ ਹੋ ਰਿਹਾ ਹੈ ਉਸ ਦੇ ਹੁਕਮ ਦੇ ਨਾਲ ਹੀ ਹੋ ਰਿਹਾ ਹੈ। ਕੋਈ ਵੀ ਚੀਜ਼, ਵਸਤੂ, ਸੋਚ, ਕਲਪਨਾ ਉਸ ਦੀ ਹਸਤੀ ਤੋਂ ਬਾਹਰ ਨਹੀਂ। ਉਹ ਇੰਨਾ ਮਹਾਨ ਤੇ ਸਰਵ ਵਿਆਪੀ ਹੈ ਕਿ ਉਸ ਬਾਰੇ ਮਨੁੱਖੀ ਮਨ ਕਲਪਨਾ ਵੀ ਨਹੀਂ ਕਰ ਸਕਦਾ। ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬਸੰਤ ਰਾਗ ਦੇ ਵਿੱਚ ਆਪਣੇ ਇੱਕ ਸਲੋਕ ਦੇ ਵਿੱਚ ਇਸ ਤਰ੍ਹਾਂ ਫਰਮਾਉਂਦੇ ਨੇ, ਜਿਉਂ ਪਸਰੀ ਸੂਰਜ ਕਿਰਨ ਜੋਤ, ਤਿਉਂ ਘਟ ਘਟ ਰਮਈਆ ਓਤ ਪੋਤ। ਭਗਤ ਨਾਮਦੇਵ ਜੀ ਵੀ ਇਸ ਤਰ੍ਹਾਂ ਫਰਮਾਉਂਦੇ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ ਰਹਾਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 485। ਸਰਵ ਵਿਆਪੀ ਪਰਮਾਤਮਾ ਅਨੇਕ ਪ੍ਰਕਾਰਾਂ ਦੇ ਨਾਲ ਹਰ ਥਾਂ ਪਸਰ ਰਿਹਾ ਹੈ ਤੇ ਰਮਿਆ ਹੋਇਆ ਹੈ। ਜਿਵੇਂ ਬਾਣੀ ਸਾਨੂੰ ਫਰਮਾਉਂਦੀ ਹੈ, ਦੱਸਦੀ ਹੈ, ਸੇਧ ਦਿੰਦੀ ਹੈ। ਅੰਗ 296 ਤੇ, ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਨਹਾਰ, ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਜੋ ਕੁਝ ਵੀ ਸੰਸਾਰ ਦੇ ਵਿੱਚ ਹੋ ਰਿਹਾ ਹੈ ਉਸ ਦੇ ਹੁਕਮ ਅਤੇ ਆਗਿਆ ਦੇ ਵਿੱਚ ਹੀ ਹੋ ਰਿਹਾ ਹੈ। ਕਿਸੇ ਨੂੰ ਇਹ ਭਰਮ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਉਸ ਦੀ ਹਸਤੀ ਤੋਂ ਬਗੈਰ ਕੋਈ ਹੋਰ ਵੀ ਇਸ ਸੰਸਾਰ ਦੀ ਕਾਰ ਵਿਹਾਰ ਨੂੰ ਚਲਾ ਰਿਹਾ ਹੈ। ਉਸ ਤੋਂ ਬਗੈਰ ਦੂਸਰਾ ਤਾਂ ਇੱਕ ਪੱਤਾ ਵੀ ਹਿਲਾਉਣ ਦੀ ਸਮਰੱਥਾ ਨਹੀਂ ਰੱਖਦਾ, ਮਜਾਲ ਨਹੀਂ ਰੱਖਦਾ, ਹਸਤੀ ਨਹੀਂ ਰੱਖਦਾ, ਵਡਿਆਈ ਨਹੀਂ ਰੱਖਦਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸੰਬੰਧੀ ਬੜੇ ਸਪਸ਼ਟ ਰੂਪ ਦੇ ਵਿੱਚ ਬਿਆਨ ਕਰਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 276 ਅੰਗ ਤੇ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰਣੇ, ਜਲ ਥਲ ਮਹੀਲ ਸੋਏ। ਇਸ ਲਈ ਸਾਨੂੰ ਇਸ ਅਗੰਮ ਅਗੋਚਰ ਪਰਮਾਤਮਾ ਤੋਂ ਬਲਿਹਾਰੇ ਜਾਣਾ ਚਾਹੀਦਾ ਹੈ ਤੇ ਇਸ ਦੀ ਅਜੀਮ ਉਲਸ਼ਾਨ ਹਸਤੀ ਨੂੰ ਨਤਮਸਤਕ ਹੋ ਕੇ ਉਹਦੀ ਸ਼ਰਨ ਪੈਣਾ ਹੀ ਸ਼ੋਭਦਾ ਹੈ। ਇਸ ਬਾਰੇ ਕਿਸੇ ਵੀ ਕਿੰਤੂ ਪਰੰਤੂ ਦੀ ਕਿਸੇ ਪ੍ਰਕਾਰ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਸਰਵ ਵਿਆਪੀ ਪਰਮਾਤਮਾ ਦੀਆਂ ਅਨੰਤ ਸਿਫਤਾਂ ਦੇ ਵਿੱਚ ਇੱਕ ਸਿਫਤ ਇਹ ਹੈ ਕਿ ਉਹ ਘਟ ਘਟ ਦਾ ਅੰਤਰਜਾਮੀ ਵੀ ਹੈ ਤੇ ਬਿਨਾਂ ਬੋਲਿਆਂ ਹੀ ਸਭ ਕੁਝ ਜਾਣਦਾ ਹੈ। ਜਿਵੇਂ ਕਿ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਫਰਮਾਉਂਦੇ ਨੇ, ਸੁਣ ਸੁਆਮੀ ਅਰਦਾਸ ਜਨਤੁਮ ਅੰਤਰਜਾਮੀ, ਥਾਨ ਥਨੰਤਰ ਰਬ ਰਹੇ ਨਾਨਕ ਕੇ ਸੁਆਮੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪਰਮਾਤਮਾ ਦੀ ਅਜੀਜ਼ ਸ਼ਖਸੀਅਤ ਬਾਰੇ ਸ਼ੁਭ ਬਚਨ ਹਨ। ਅੰਡਜ ਜੇਰਜ ਉਤਪੁਜ ਸੇਤਜ, ਤੇਰੇ ਕੀਤੇ ਜਨਤਾ। ਏਕ ਪੁਰਬ ਮੈਂ ਤੇਰਾ ਵੇਖਿਆ, ਤੂੰ ਸਭਨਾ ਮਾਹਿ ਰਵੰਤਾ। ਇਸ ਲਈ ਅਜਿਹੇ ਲਾਮਿਸਾਲ ਦਿਆਲੂ ਅਤੇ ਕਿਰਪਾਲੂ ਪਰਮਾਤਮਾ ਦੀ ਹਸਤੀ ਦੇ ਨਾਲ ਜੁੜਨਾ ਹੀ ਸਾਡੇ ਜੀਵਨ ਦਾ ਲਕਸ਼ ਹੋਣਾ ਚਾਹੀਦਾ ਹੈ, ਏਮ ਹੋਣਾ ਚਾਹੀਦਾ ਹੈ। ਵਰਨਾ ਇਹ ਮਨੁੱਖਾ ਜਨਮ ਵਿਅਰਥ ਜਾਏਗਾ। ਜਗ ਮੈਂ ਆਇਆ ਸੋ ਪ੍ਰਵਾਨ, ਘਟ ਘਟ ਆਪਣਾ ਸੁਆਮੀ ਜਾਣ। ਸੋ ਭਾਈ ਸਾਹਿਬ ਨੇ ਸਾਨੂੰ ਗੁਰਬਾਣੀ ਦੇ ਵਿੱਚੋਂ ਜਿਹੜੀ ਹੈ ਹਵਾਲੇ ਦੇ ਕੇ ਸਮਝਾਇਆ ਹੈ ਕਿ ਕਿਸੇ ਤਰ੍ਹਾਂ ਪਰਮਾਤਮਾ ਸਰਵ ਵਿਆਪਕ ਹੈ, ਓਮਨੀ ਪ੍ਰੈਜੈਂਟ ਹੈ, ਹਰ ਥਾਂ ਹੈ ਤੇ ਕਰਨ ਕਾਰਨ ਪ੍ਰਭ ਏਕ ਹੈ। ਜਿਵੇਂ ਕਿ ਕਹਿੰਦੇ ਨੇ ਕਿ ਘੁਮਿਆਰ ਹੈ,
ਉਹਨੇ ਭਾਂਡੇ ਬਣਾਉਣੇ ਨੇ, ਪਹਿਲਾਂ ਉਹਨੂੰ ਮਿੱਟੀ ਹੋਵੇਗੀ ਤਾਂ ਹੀ ਬਣਾ ਸਕੇਗਾ। ਬਣਾਉਣ ਵਾਲਾ ਹੋਣਾ ਚਾਹੀਦਾ ਹੈ, ਤੇ ਜਿਸ ਚੀਜ਼ ਦੇ ਨਾਲ ਕੋਈ ਚੀਜ਼ ਬਣਾਉਣੀ ਹੈ ਉਹ ਵੀ ਚਾਹੀਦੀ ਹੈ। ਤੇ ਗੁਰਬਾਣੀ ਸਾਨੂੰ ਦੱਸਦੀ ਹੈ ਜਿਹੜੀ ਮਾਇਆ ਹੈ, ਭਾਵ ਕਿ ਮਿੱਟੀ ਹੈ, ਉਹ ਵੀ ਪਰਮਾਤਮਾ ਨੇ ਹੀ ਬਣਾਈ ਹੈ, ਤੇ ਜਿਹੜੇ ਭਾਂਡੇ ਨੇ ਉਹ ਵੀ ਪਰਮਾਤਮਾ ਹੀ ਬਣਾਉਂਦਾ ਹੈ। ਤੇ ਇਹਦੀ ਡੂੰਘੀ ਵਿਚਾਰ ਦੇ ਵਿੱਚ ਇਨਸਾਨ ਵੀ ਭਾਂਡਿਆਂ ਦੀ ਤਰ੍ਹਾਂ ਹੈ, ਉਸ ਪਰਮਾਤਮਾ ਨੇ ਬਣਾਏ ਨੇ। ਤੇ ਅਗਲੀ ਜਿਹੜੀ ਉਹਨਾਂ ਨੇ ਸਿੱਖਿਆ ਜਾਂ ਜਿਹੜਾ ਸਬਜੈਕਟ ਲਿਆ ਹੈ ਉਹ ਹੈ ਸਰਾਧ। ਸਰਾਧ ਕਰਨੇ, observing rites, respecting deads। ਸਦੀਆਂ ਤੋਂ ਸਾਡੇ ਦੇਸ਼ ਦੇ ਵਿੱਚ, ਭਾਵ ਕਿ ਖਾਸ ਕਰਕੇ ਇੰਡੀਆ ਦੇ ਵਿੱਚ, ਹਿੰਦੂ ਵੀਰ ਆਪਣੇ ਮਰੇ ਹੋਏ ਪੂਰਵਜਾਂ ਦੀ ਯਾਦ ਦੇ ਵਿੱਚ ਪੰਡਤਾਂ ਨੂੰ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਹੋਇਆ ਭੋਜਨ ਛਕਾ ਕੇ ਇਹ ਸਮਝਦੇ ਨੇ ਕਿ ਪੰਡਤਾਂ ਨੂੰ ਖਾਣਾ ਖਵਾ ਕੇ ਉਹਨਾਂ ਨੇ ਆਪਣੇ ਪਿਤਰਾਂ ਦੀ ਭੁੱਖ ਦੀ ਨਿਵਰਤੀ ਕਰ ਦਿੱਤੀ ਹੈ। ਇਸ ਮੌਕੇ ਤੇ ਮਰਿਆਂ ਹੋਇਆਂ ਦੀ ਯਾਦ ਦੇ ਵਿੱਚ ਕੱਪੜੇ, ਬਸਤਰ, ਬਿਸਤਰੇ ਆਦਿ ਵੀ ਦਾਨ ਕੀਤੇ ਜਾਂਦੇ ਨੇ ਤੇ ਇਹਨਾਂ ਪੰਡਤਾਂ ਨੂੰ ਦਿੱਤੇ ਜਾਂਦੇ ਨੇ। ਇਸ ਕਰਮ ਨੂੰ ਸਰਾਧ ਕਿਹਾ ਜਾਂਦਾ ਹੈ, ਜਿਸ ਦੇ ਅੱਖਰੀ ਅਰਥ ਹਨ ਸ਼ਰਧਾ ਅਤੇ ਸਤਿਕਾਰ ਭਾਵਨਾ ਦੇ ਨਾਲ ਕੀਤਾ ਹੋਇਆ ਕਰਮ। ਇਹ ਕਰਮ ਹਰ ਸਾਲ ਇੱਕ ਖਾਸ ਮਹੀਨੇ ਦੇ ਵਿੱਚ ਖਾਸ ਤਰੀਕਾਂ ਦੇ ਵਿੱਚ ਹੀ ਕੀਤਾ ਜਾਂਦਾ ਹੈ। ਗੁਰਬਾਣੀ ਇਹਨਾਂ ਕਰਮਾਂ ਤੇ ਵਹਿਮਾਂ ਭਰਮਾਂ ਨੂੰ ਨਹੀਂ ਮੰਨਦੀ। ਸਾਨੂੰ ਸਾਰਿਆਂ ਨੂੰ ਉਸ ਬਿਰਤਾਂਤ ਦਾ ਪਤਾ ਹੈ ਜਿਸ ਅਨੁਸਾਰ ਇਹਨਾਂ ਵਹਿਮਾਂ ਵਿੱਚ ਪਏ ਲੋਕਾਂ ਨੂੰ, ਜੋ ਗੰਗਾ ਦਾ ਜਲ ਸੂਰਜ ਨੂੰ ਦੇ ਰਹੇ ਸਨ, ਆਪਣੇ ਪਿਤਰਾਂ ਨੂੰ ਭੇਜ ਰਹੇ ਸਨ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਵੇਂ ਦੂਸਰੇ ਪਾਸੇ ਨੂੰ ਜਲ ਜਿਹੜਾ ਹੈ ਉਸ ਨੂੰ ਝੱਟ ਕੇ ਪਾਣੀ ਦੂਸਰੇ ਪਾਸੇ ਨੂੰ ਦੇ ਕੇ ਸਮਝਾਇਆ ਸੀ ਕਿ ਮੈਂ ਆਪਣੀ ਖੇਤੀ ਨੂੰ ਪਾਣੀ ਦੇ ਰਿਹਾ ਹਾਂ। ਜਦ ਲੋਕਾਂ ਨੇ ਪੁੱਛਿਆ ਕਿ ਪਾਣੀ ਤੁਹਾਡੀ ਖੇਤੀ ਤੱਕ ਕਿਵੇਂ ਪਹੁੰਚੇਗਾ, ਤਾਂ ਗੁਰੂ ਸਾਹਿਬ ਨੇ ਵਾਪਸ ਉਹਨਾਂ ਦੇ ਉੱਤੇ ਹੀ ਸਵਾਲ ਕੀਤਾ ਸੀ ਕਿ ਜਿਵੇਂ ਤੁਹਾਡਾ ਪਾਣੀ ਤੁਹਾਡੇ ਪਿਤਰਾਂ ਨੂੰ ਜਿਹੜਾ ਹੈ ਉਹ ਪਹੁੰਚਦਾ ਹੈ। ਅੱਜ ਸਾਡੇ ਸਮਾਜ ਦੀ ਹਾਲਤ ਇੱਥੇ ਤੱਕ ਖਸਤਾ ਹੋ ਗਈ ਹੈ ਕਿ ਬੱਚੇ ਆਪਣੇ ਮਾਪਿਆਂ ਦੀ ਸਾਰੀ ਰਾਸ ਪੂੰਜੀ ਆਪਣੀ ਚਲਾਕੀ ਦੇ ਨਾਲ ਆਪਣੇ ਹੱਥਾਂ ਵਿੱਚ ਕਰ ਲੈਂਦੇ ਨੇ ਤੇ ਬਿਰਧ ਮਾਪਿਆਂ ਨੂੰ ਘਰੋਂ ਹੀ ਕੱਢ ਦਿੰਦੇ ਨੇ ਜਾਂ ਉਹਨਾਂ ਨੂੰ ਨਿਰਦਈ ਬਣ ਕੇ ਬਿਰਧ ਆਸ਼ਰਮਾਂ ਦੇ ਵਿੱਚ ਛੱਡ ਆਉਂਦੇ ਨੇ। ਫਿਰ ਉਹਨਾਂ ਦੀ ਕਦੀ ਸਾਰ ਨਹੀਂ ਲੈਂਦੇ। ਸਰਕਾਰ ਨੂੰ ਇਸ ਬੇਸ਼ਰਮ ਰੁਚੀ ਤੇ ਠੱਲ ਪਾਉਣ ਦੇ ਲਈ ਵੀ ਕਾਨੂੰਨ ਬਣਾਉਣਾ ਪਿਆ। ਜਿਹੜੇ ਬੱਚੇ ਆਪਣੇ ਬਜ਼ੁਰਗ ਮਾਪਿਆਂ ਦੀ ਦੇਖਭਾਲ ਨਹੀਂ ਕਰਦੇ, ਉਹਨਾਂ ਨੂੰ ਕੈਦ ਕੀਤਾ ਜਾ ਸਕਦਾ ਹੈ। ਇਸ ਨੌਬਤ ਦੇ ਆਉਣ ਤੋਂ ਪਤਾ ਲੱਗਦਾ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਪ੍ਰਤੀ ਆਦਰ, ਮਾਣ ਤੇ ਸਤਿਕਾਰ ਭਰੇ ਵਿਹਾਰ ਤੋਂ ਵੰਚਿਤ ਹੁੰਦੇ ਜਾ ਰਹੇ ਹਾਂ। ਪਰ ਬੇਸ਼ਰਮੀ ਦੀ ਹੱਦ ਉਸ ਸਮੇਂ ਸਮਝੀ ਜਾਂਦੀ ਹੈ ਜਦੋਂ ਅਸੀਂ ਇਹਨਾਂ ਬਜ਼ੁਰਗਾਂ ਦੇ ਅਕਾਲ ਚਲਾਣੇ ਕਰ ਜਾਣ ਤੋਂ ਬਾਅਦ ਸਮਾਜ ਦੇ ਵਿੱਚ ਆਪਣੀ ਨੱਕ ਦੀ ਸ਼ਰਮ ਰੱਖਣ ਲਈ ਇਹਨਾਂ ਦੇ ਸਰਾਧ ਕਰਦੇ ਹਾਂ ਤੇ ਉਹਨਾਂ ਦੇ ਮਨ, ਆਤਮਾ ਦੀ ਤ੍ਰਿਪਤੀ ਲਈ ਉਹਨਾਂ ਦੀ ਯਾਦ ਦੇ ਵਿੱਚ ਪੰਡਤਾਂ ਨੂੰ ਵਧੀਆ ਖਾਣੇ ਖਵਾਉਂਦੇ ਹਾਂ। ਇਹ ਨਿਰਲਜਤਾ ਦੀ ਸਿਖਰ ਹੈ। ਗੁਰਬਾਣੀ ਦੇ ਵਿੱਚ ਇਸ ਢੌਂਗੀ ਵਿਹਾਰ ਦਾ ਬੜਾ ਢੁਕਵਾਂ ਵਰਣਨ ਕੀਤਾ ਗਿਆ ਮਿਲਦਾ ਹੈ। ਅੰਗ 332 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਫਰਮਾਇਆ ਗਿਆ ਹੈ, ਜੀਵਤ ਪਿਤਰ ਨਾ ਮਾਨੇ ਕਉ, ਮੋਏ ਸਰਾਧ ਕਰਾਹੀ, ਪਿਤਰ ਵੀ ਬਪੁਰੇ ਕਹੋ ਕਿਉ ਪਾਵ ਹੈ, ਕਊਆ ਕੂਕਰ ਖਾਹੀ। ਅਜਿਹੇ ਕਰਮ ਜਾਂ ਤਾਂ ਅਗਿਆਨਤਾ ਵਸ ਹੋ ਕੇ ਕੀਤੇ ਜਾਂਦੇ ਨੇ ਜਾਂ ਫਿਰ ਦਿਖਾਵੇ ਤੇ ਨੱਕ ਦੀ ਸ਼ਰਮ ਰੱਖਣ ਲਈ ਦੇਖੋ ਦੇਖੀ ਕੀਤੇ ਜਾਂਦੇ ਨੇ। ਇਹ ਬਿਲਕੁਲ ਫਜ਼ੂਲ ਨੇ, ਬੇਲੋੜੇ ਨੇ ਤੇ ਕੇਵਲ ਕਰਮਕਾਂਡੀ ਬਿਰਤੀਆਂ ਹੀ ਉਭਾਰਦੇ ਨੇ। ਇਸ ਤੋਂ ਬਾਅਦ ਇਹਨਾਂ ਦਾ ਹੋਰ ਕੋਈ ਪ੍ਰਯੋਜਨ ਨਹੀਂ। ਗੁਰਬਾਣੀ ਦਾ ਹੁਕਮ ਹੈ, ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ, ਨਾਨਕ ਏਥੈ ਕਮਾਵੈ ਸੋ ਮਿਲੈ, ਅੱਗੇ ਪਾਏ ਜਾਏ। ਮਨੁੱਖ ਇਸ ਸੰਸਾਰ ਦੇ ਵਿੱਚ ਜਿਹੋ ਜਿਹਾ ਕਰਮ ਕਰਦਾ ਹੈ ਉਹ ਇੱਥੇ ਵੀ ਤੇ ਅਗਲੇ ਜਹਾਨ ਵਿੱਚ ਵੀ ਉਸ ਅਨੁਸਾਰ ਹੀ ਫਲ ਪਾਉਂਦਾ ਹੈ। ਕਿੱਕਰ ਬੀਜ ਕੇ ਬਿਜੋਰੀਆਂ ਦੀ ਆਸ ਰੱਖਣ ਵਾਲਾ ਜਾਂ ਤਾਂ ਮੂਰਖ ਹੈ ਜਾਂ ਨਾਦਾਨ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਦਾ ਮਹਾਂਵਾਕ ਇਸੇ ਗੱਲ ਨੂੰ ਹੋਰ ਸਪਸ਼ਟ ਕਰਦਾ ਹੈ। ਗੁਰਬਾਣੀ ਦਾ ਫਰਮਾਨ ਹੈ, ਨਾਨਕ ਅੱਗੇ
ਸੋ ਮਿਲੇ ਜੇ ਖੱਟੇ ਘਾਹ ਲੈ ਦੇ। ਇਸ ਵਾਸਤੇ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ, ਵਿੱਚ ਦੁਨੀਆ ਸੇਬ ਕਮਾਈਐ, ਤਾਂ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲਡਾਈਐ। ਗੁਰੂ ਦਾ ਸਿੱਖ ਆਪਣੇ ਹੱਥੀਂ ਆਪਣਾ ਕਾਰਜ ਸੰਵਾਰਨਾ ਜਾਣਦਾ ਹੈ, ਇਸ ਲਈ ਸੇਵਾ ਕਰਕੇ, ਨਾਮ ਜਪ ਕੇ ਉਹ ਆਪਣਾ ਤੋਸ਼ਾ ਆਪ ਆਪਣੇ ਨਾਲ ਲੈ ਜਾਂਦਾ ਹੈ, ਕਿਸੇ ਦੇ ਹੱਥਾਂ ਵੱਲ ਨਹੀਂ ਤੱਕਦਾ। ਇਹ ਸਰਾਧ ਕਰਵਾਉਣ ਦੀ ਕਾਰਵਾਈ ਅੰਧ ਵਿਸ਼ਵਾਸੀਆਂ ਲਈ ਹੈ। ਗੁਰਬਾਣੀ ਦੇ ਲੜ ਲੱਗਿਆਂ ਮਨੁੱਖ ਜੋ ਕਿ ਪ੍ਰਭੂ ਨੂੰ ਧਿਆਉਂਦਾ ਹੈ, ਉਹ ਪਰਮਗਤ ਪ੍ਰਾਪਤ ਕਰਨ ਯੋਗਾ ਹੋ ਜਾਂਦਾ ਹੈ। ਗੁਰਬਾਣੀ ਦਾ ਫਰਮਾਨ ਹੈ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਸੋ ਇਹਦੇ ਵਿੱਚ ਭਾਈ ਸਾਹਿਬ ਨੇ ਸਾਨੂੰ ਕਿਵੇਂ ਸਮਝਾਇਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਆਪਣੀ ਜਦੋਂ ਸਰੀਰਕ ਤੌਰ ਤੇ ਵਿਚਰਦੇ ਸਨ, ਉਹਨਾਂ ਦੀਆਂ ਵੀ ਸਾਖੀਆਂ ਸਾਨੂੰ ਮਿਲਦੀਆਂ ਨੇ ਕਿ ਕਿਵੇਂ ਸਰਾਧ ਕਰਾਉਂਦੇ ਸਨ ਤੇ ਉਹਨਾਂ ਨੇ ਉਪਦੇਸ਼ ਕੀਤਾ ਸੀ। ਅੱਜ ਇੱਕ ਹੋਰ ਨਵਾਂ ਇਸੇ ਤਰ੍ਹਾਂ ਦਾ ਜਿਹੜੀ ਨਵੀਂ ਗੱਲ ਜਿਹੜੀ ਉਹ ਚੱਲ ਪਈ ਹੈ। ਕੋਈ ਪ੍ਰਾਣੀ ਮਰ ਜਾਵੇ, ਉਦੋਂ ਬਾਅਦ 9ਵੇਂ ਮਹੀਨੇ ਦੇ ਵਿੱਚ ਕਹਿੰਦੇ ਨੇ ਕਿ ਪਾਠ ਰਖਾਓ ਜਾਂ ਹੋਰ ਪਾਠ ਪੂਜਾ ਕਰਾਓ, ਤੇ ਇਹ ਇੱਕ ਮਨਮਤ ਹੈ ਜਿਹੜੀ ਕਿ ਲੋਕੀ ਜਿਹੜੇ ਨੇ ਉਹ ਕਿਸੇ ਹੋਰ ਮਤ ਦੇ ਅਨੁਸਾਰ ਜਿਹੜੇ ਚੱਲਦੇ ਨੇ ਉਹਨਾਂ ਦੀ ਕਾਪੀ ਕਰਕੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹਦੇ ਲਈ ਜ਼ਰੂਰੀ ਹੈ ਕਿ ਜਿਹੜੇ ਗਿਆਨੀ ਸਾਹਿਬਾਨ ਨੇ ਉਹ ਵੀ ਜਿਹੜੇ ਲੋਕਾਂ ਨੂੰ ਇਸ ਮਨਮਤ ਤੋਂ ਵਰਜਣ, ਕਿਉਂਕਿ ਗੁਰਮਤ ਦੇ ਵਿੱਚ ਕੋਈ ਐਸਾ ਪ੍ਰਯੋਜਨ ਨਹੀਂ ਹੈ ਕਿ 9 ਮਹੀਨਿਆਂ ਬਾਅਦ ਜਿਹੜੀ ਹੈ ਕਿਸੇ ਦੀ ਆਤਮਾ ਦੀ ਸ਼ਾਂਤੀ ਦੇ ਲਈ ਕੁਛ ਕਰਨਾ ਚਾਹੀਦਾ ਹੈ। ਤੇ ਇਸੇ ਤਰ੍ਹਾਂ ਜਿਹੜੇ ਸਰਾਧ ਨੇ ਤੇ ਗੁਰਬਾਣੀ ਦੇ ਵਿੱਚ ਬੜੇ ਜ਼ੋਰਦਾਰ ਤਰੀਕੇ ਦੇ ਵਿੱਚ ਸਾਨੂੰ ਸਮਝਾਇਆ ਗਿਆ ਹੈ ਕਿ ਜੀਂਦਿਆਂ ਨੂੰ ਤਾਂ ਕੋਈ ਪੁੱਛਦਾ ਨਹੀਂ, ਮਰਿਆਂ ਨੂੰ ਬਾਅਦ ਦੇ ਵਿੱਚ ਆਪਣੀ ਨੱਕ ਰੱਖਣ ਦੇ ਲਈ ਸਰਾਧ ਕਰਾਏ ਜਾਂਦੇ ਨੇ। ਤੇ ਉਹਦੇ ਵਿੱਚ ਵੀ ਜਿਹੜੇ ਜਦੋਂ ਜੀਂਦਾ ਸੀ ਉਦੋਂ ਅਗਲੇ ਨੂੰ ਪਾਣੀ ਨਾ ਮਿਲੇ, ਬਾਅਦ ਦੇ ਵਿੱਚ ਜਿਹੜਾ ਹੈ ਲੋਕਾਂ ਨੂੰ ਖਵਾਉਣਾ, ਪੰਡਤਾਂ ਨੂੰ ਖਵਾਉਣਾ, ਉਹਦੇ ਦਾ ਕੋਈ ਫਾਇਦਾ ਨਹੀਂ ਹੁੰਦਾ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ। ਹਰ 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 ਨਾਮ ਜਪੇ ਰਸਨਾ, ਨਾਮ ਜਪੇ ਰਸਨਾ, ਅਵਰ ਸਭ ਤਿਆਗ ਬਚਨ ਰਚਨਾ। ਹਰ 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 ਨਾਮ ਜਪੇ ਰਸਨਾ, ਨਾਮ ਜਪੇ ਰਸਨਾ, ਅਵਰ ਸਭ ਤਿਆਗ ਬਚਨ ਰਚਨਾ। ਅਵਰ ਸਭ ਤਿਆਗ ਬਚਨ ਰਚਨਾ। ਹਰ 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 ਨਾਮ ਜਪੇ ਰਸਨਾ। ਸੁਖ ਸਾਗਰ ਸੁਤਰ ਚਿੰਤਾ ਮਨ ਕਾਮ ਤ੍ਰਿਨ ਬਸ ਜਾਕੇ। ਚਾਰ ਪਦਾਰਥ ਅਸ਼ਟ ਦਸ਼ਾ ਸਿਧ ਨਵ ਨਿਧ ਕਰ ਤਲ ਤਾਕੇ। ਸੁਖ ਸਾਗਰ ਸੁਤਰ ਚਿੰਤਾ ਮਨ ਕਾਮ ਤ੍ਰਿਨ ਬਸ ਜਾਕੇ। ਚਾਰ ਪਦਾਰਥ ਅਸ਼ਟ ਦਸ਼ਾ ਸਿਧ ਨਵ ਨਿਧ ਕਰ ਤਲ ਤਾਕੇ। ਅਵਰ ਸਭ ਤਿਆਗ ਬਚਨ ਰਚਨਾ। ਅਵਰ ਸਭ ਤਿਆਗ ਬਚਨ ਰਚਨਾ। ਹਰ 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 ਨਾਮ ਜਪੇ ਰਸਨਾ, ਨਾਮ ਜਪੇ ਰਸਨਾ,
ਹਰ 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 ਨਾ ਜਪੇ ਰਸਨਾ ਨਾ ਜਪੇ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਅਵਰ ਸਭ ਤਿਆਗ ਬਚਨ ਰਚਨਾ ਹਰ 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 ਨਾ ਜਪੇ ਰਸਨਾ ਸਹਿਜ ਸਮਾਧੂ ਪਾਦ ਰਹਿਤ ਪੁਨ ਵੱਡੈ ਭਾਗ ਲਿਵ ਲਾਗੀ ਕਹਿ ਰਵਿਦਾਸ ਵਰਗਾ ਸਿਰ ਦੇ ਕਰ ਜਨਮ ਮਰਨ ਪੈ ਭਾਗੀ ਸਹਿਜ ਸਮਾਧ ਉਪਾਦ ਰਹਿਤ ਪੁਨ ਵੱਡੈ ਭਾਗ ਲਿਵ ਲਾਗੀ ਕਹਿ ਰਵਿਦਾਸ ਵਰਗਾ ਸਿਰ ਦੇ ਕਰ ਜਨਮ ਮਰਨ ਪੈ ਭਾਗੀ ਅਵਰ ਸਭ ਤਿਆਗ ਬਚਨ ਰਚਨਾ ਅਵਰ ਸਭ ਤਿਆਗ ਬਚਨ ਰਚਨਾ ਹਰ 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 ਨਾ ਜਪੇ ਰਸਨਾ ਨਾ ਜਪੇ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਅਵਰ ਸਭ ਤਿਆਗ ਬਚਨ ਰਚਨਾ ਹਰ 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 ਨਾ ਜਪੇ ਰਸਨਾ ਨਾ ਜਪੇ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਅਵਰ ਸਭ ਤਿਆਗ ਬਚਨ ਰਚਨਾ ਅਵਰ ਸਭ ਤਿਆਗ ਬਚਨ ਰਚਨਾ ਹਾਂਜੀ, ਇਹ ਸਨ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ। ਤੇ ਆਓ ਇੱਕ ਜਾਂ ਦੋ ਹੋਰ ਜਿਹੜੇ ਸਬਜੈਕਟ ਨੇ ਭਾਈ ਸਾਹਿਬ ਨੇ ਸਾਡੇ ਨਾਲ ਇਹਦੇ ਕਿਤਾਬ ਦੇ ਵਿੱਚ ਲਿਖੇ ਨੇ, ਤੇ ਆਓ ਉਹ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ। ਤੇ ਅਗਲਾ ਉਹਨਾਂ ਦਾ ਜਿਹੜਾ ਸਬਜੈਕਟ ਹੈ ਉਹ ਹੈ ਕਾਇਆ ਜਾਂ ਸਰੀਰ, ਜਿਸ ਨੂੰ ਬੋਡੀ ਕਹਿੰਦੇ ਨੇ। ਆਪ ਲਿਖਦੇ ਨੇ ਕਿ ਇਹ ਆਮ ਪ੍ਰਚਲਿਤ ਕਥਨ ਹੈ ਕਿ ਸਰੀਰ ਇੱਕ ਮੰਗਵੀ ਗੱਡੀ ਹੈ, ਇਸ ਲਈ ਇਹ ਤੋਂ ਜਿੰਨਾ ਵੀ ਲਾਭ ਲਿਆ ਜਾ ਸਕੇ ਲੈਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸਰੀਰ ਅਥਵਾ ਕਾਇਆ ਨੂੰ ਬਹੁਤ ਮਹੱਤਤਾ ਦਿੱਤੀ ਗਈ ਹੈ, ਕਿਉਂਕਿ ਇਸ ਦੀ ਮਦਦ ਦੇ ਨਾਲ ਹੀ ਮਨੁੱਖ ਨੇ ਅਕਾਲ ਪੁਰਖ ਤੱਕ ਰਸਾਈ ਦੇ ਪਵਿੱਤਰ ਮੰਤਵ ਦੀ ਪ੍ਰਾਪਤੀ ਲਈ ਕਰਮਸ਼ੀਲ ਹੋਣਾ ਹੈ। ਗੁਰੂ ਉਪਦੇਸ਼ ਅਨੁਸਾਰ ਇਸ ਕਾਇਆ ਨੂੰ ਅੰਦਰੋਂ ਬਾਹਰੋਂ ਸਵੱਛ ਰੱਖਣਾ ਜ਼ਰੂਰੀ ਹੈ। ਨਸ਼ਿਆਂ ਦੇ ਤੇ ਵਿਕਾਰਾਂ ਦਾ ਤਿਆਗ ਕਰਕੇ ਇਸ ਨੂੰ ਅੰਦਰੋਂ ਨਿਰੋਆ ਰੱਖਣਾ ਹੈ ਅਤੇ ਸਵੱਛਤਾ ਦੀਆਂ ਸਾਰੀਆਂ ਕਿਰਿਆਵਾਂ ਕਰਕੇ ਬਾਹਰੋਂ ਬਲਵਾਨ ਤੇ ਸੰਡੋਲ ਰੱਖਣਾ ਹੈ, ਕਿਉਂਕਿ ਇਸ ਵਿੱਚ ਪ੍ਰਭੂ ਦਾ ਵਾਸਾ ਹੈ। ਗੁਰਬਾਣੀ ਦਾ ਫਰਮਾਨ ਹੈ, ਕਾਇਆ ਅੰਦਰ ਜਗ ਜੀਵਨ ਦਾਤਾ ਬਸੈ ਸਭਨਾ ਕਰੇ ਪ੍ਰਤਪਾਲਾ। ਤੇ ਅੱਗੇ ਜਾ ਕੇ ਸਤਿਗੁਰੂ ਜੀ ਫਰਮਾਉਂਦੇ ਨੇ, ਕਾਇਆ ਅੰਦਰ ਆਪੇ ਵਸੈ ਅਲਖ ਨਾ ਲਖਿਆ ਜਾਈ, ਮਨ ਮੁਖ ਮੁਗਧ ਬੂਝੈ ਨਾਹੀ ਬਾਹਰ ਭਾਲਣ ਜਾਈ। ਗੁਰਬਾਣੀ ਅਨੁਸਾਰ ਇਸ ਸਰੀਰ ਦਾ ਵਿਸ਼ੇਸ਼ ਪ੍ਰਯੋਜਨ ਹੈ ਤੇ ਉਸ ਦੀ ਪ੍ਰਾਪਤੀ ਦੇ ਲਈ ਚਿੰਤਾਵਣੀ ਵੀ ਮੌਜੂਦ ਹੈ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਜਿਸ ਪ੍ਰਮਾਤਮਾ ਨੇ ਇਹ ਸੁੰਦਰ ਕਾਇਆ ਬਖਸ਼ੀ ਹੈ, ਉਸ ਨੂੰ ਸਰੀਰ ਅੰਦਰ ਬਸਾਉਣਾ ਹੈ ਤੇ ਸਵਾਸ ਯਾਦ ਕਰਨਾ ਹੈ। ਜੇ ਅਜਿਹਾ ਹੈ ਤਾਂ ਇਹ ਸਰੀਰ ਪ੍ਰਵਾਨ ਹੈ, ਮਨੁੱਖ ਦਾ ਸੰਸਾਰ ਆਗਮਨ ਸਫਲ ਹੈ। ਸਤਿਗੁਰੂ ਜੀ ਫਰਮਾਉਂਦੇ ਨੇ। ਇਸੇ ਤਰ੍ਹਾਂ ਗੁਰਬਾਣੀ ਦਾ ਮਹਾਵਾਕ ਹੈ, ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਸਰੀਰ ਹੀ ਨਹੀਂ, ਸਰੀਰ ਦੇ ਅੰਗਾਂ ਤੋਂ ਵੀ ਉੱਤਮ ਕਿਰਿਆ ਕਰਨ ਦੀ ਮੰਗ ਹੈ। ਨੇਤਰਾਂ ਨੇ ਹਰੀ ਪਰਮਾਤਮਾ ਨੂੰ ਤੱਕਣਾ ਹੈ, ਕੰਨਾਂ ਨੇ ਸੱਚੇ ਵਾਹਿਗੁਰੂ ਦੀ ਸਤ ਬਾਣੀ ਤੇ ਕੀਰਤੀ ਹੀ ਸੁਣਨੀ ਹੈ।
ਉਹ ਹੱਥ ਪ੍ਰਵਾਨ ਨੇ ਜੋ ਪ੍ਰਭੂ ਸੇਵਾ ਦੇ ਵਿੱਚ ਉਦਮਸ਼ੀਲ ਹਨ। ਉਹ ਪੈਰ ਸਫਲ ਨੇ ਜਿਹੜੇ ਗੋਬਿੰਦ ਦੇ ਮਾਰਗ ਦੇ ਪਾਂਧੀ ਬਣਦੇ ਨੇ। ਉਹ ਮਸਤਕ ਸ਼ੁਭ ਹੈ ਜੋ ਪ੍ਰਭੂ ਪਿਆਰ ਦੇ ਵਿੱਚ ਗਲਤਾਨ ਰਹਿੰਦਾ ਹੈ। ਉਹ ਹਿਰਦਾ ਪਵਿੱਤਰ ਹੈ ਜਿਸ ਵਿੱਚ ਉਸ ਅਕਾਲ ਪੁਰਖ ਦੀ ਯਾਦ ਵਿਦਮਾਨ ਰਹਿੰਦੀ ਹੈ। ਸਰੀਰ ਦੇ ਹਰ ਅੰਗ ਤੋਂ ਨੇਕ ਤਰੀਨ ਕਰਮਾਂ ਦੀ ਜਾਚਨਾ ਕੀਤੀ ਗਈ ਹੈ, ਤਾਂ ਹੀ ਉਸ ਅੰਗ ਤੇ ਉਸ ਸਰੀਰ ਦਾ ਸਿਰਜਿਆ ਜਾਣਾ ਸ਼ੋਭਨੀਕ ਤੇ ਮੰਤਵਪੂਰਨ ਹੈ। ਨਹੀਂ ਤਾਂ ਚੇਤਾਵਨੀਆਂ ਮੌਜੂਦ ਨੇ ਕਿ ਇਹ ਸਰੀਰ ਮਿੱਟੀ ਹੈ, ਇਸ ਨੇ ਖਾਕ ਦੇ ਵਿੱਚ ਹੀ ਰਲ ਜਾਣਾ ਹੈ। ਇਸ ਵਿੱਚ ਵਸੇ ਹੰਸ ਨੇ ਉਡਾਰੀ ਮਾਰ ਜਾਣੀ ਹੈ। ਕਾਇਆ ਹੰਸ ਥੀਆ ਬੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ। ਭਾਵ ਕਿ ਜਦੋਂ ਦਿਨ ਮੁੱਕ ਗਏ, ਇਸ ਕਾਇਆ ਦੇ ਵਿੱਚੋਂ ਹੰਸ ਨੇ, ਆਤਮਾ ਨੇ ਜਿਹੜਾ ਵਿਛੋੜਾ ਦੇ ਕੇ ਉਡਾਰੀ ਮਾਰ ਜਾਣੀ ਹੈ। ਇਹ ਵੀ ਸੱਚ ਹੈ ਕਿ ਇਹ ਸਰੀਰ ਕਾਠ ਦੀ ਹਾਂਡੀ ਹੈ, ਜੋ ਇੱਕੋ ਵਾਰ ਚੜ੍ਹ ਜਾਵੇ ਤਾਂ ਵੱਡੀ ਗੱਲ ਹੈ, ਇਹ ਵਾਰ-ਵਾਰ ਨਹੀਂ ਚੜ੍ਹਦੀ। ਇਸ ਲਈ ਇਸ ਦਾ ਸਹੀ ਉਪਯੋਗ ਕਰਨਾ ਜ਼ਰੂਰੀ ਹੈ। ਆਮ ਤੌਰ ਤੇ ਇਹ ਕਹਾਣ ਹੈ, ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ। ਜੇ ਕੋਈ ਤੌੜੀ ਜਿਹੜੀ ਹੈ ਲੱਕੜ ਦੀ ਬਣੀ ਹੋਵੇ ਤੇ ਉਸਦੇ ਥੱਲੇ ਅੱਗ ਬਾਲੀਏ, ਅੱਬਲ ਤਾਂ ਉਹ ਅੱਧ ਪਚੱਧ ਦੇ ਵਿੱਚ ਹੀ ਬਲ ਜਾਂਦੀ ਹੈ। ਇਸ ਕਰਕੇ ਅਖਾਣ ਹੈ ਕਿ ਕਾਠ ਦੀ ਹਾਂਡੀ ਜਿਹੜੀ ਹੈ ਵਾਰ-ਵਾਰ ਨਹੀਂ ਚੜ੍ਹਦੀ। ਗੁਰਬਾਣੀ ਫਰਮਾਉਂਦੀ ਹੈ, ਕਾਇਆ ਹਾਂਡੀ ਕਾਂਠ ਕੀ ਨਾ ਉਹ ਚੜ੍ਹੈ ਬਹੋਰ। ਭਾਵ ਕਿ ਦੁਬਾਰਾ ਨਹੀਂ ਚੜ੍ਹਦੀ। ਗੁਰਬਾਣੀ ਦਾ ਪ੍ਰੇਮੀ ਸਰੀਰ ਬਾਰੇ ਸਾਰੇ ਚੰਗੇ ਮਾੜੇ ਪੱਖ ਜਾਣਨ ਉਪਰੰਤ ਗੁਰਬਾਣੀ ਦੀ ਇਸ ਗੱਲ ਨੂੰ ਸਵੀਕਾਰਦਾ ਹੈ। ਕਾਇਆ ਮਹਿਲ ਮੰਦਰ ਘਰ ਹਰ ਕਾ, ਤਿਸ ਮੈਂ ਰਾਖੀ ਜੋਤ ਅਪਾਰ। ਤੇ ਇਸੇ ਤਰ੍ਹਾਂ ਕੰਚਨ ਕਾਇਆ ਨਿਰਮਲ ਹੰਸ, ਤਿਸ ਮੈਂ ਨਾਮ ਨਿਰੰਜਨ ਅੰਸ। ਤੇ ਇਸੇ ਤਰ੍ਹਾਂ ਅਗਲਾ ਜਿਹੜਾ ਉਹਨਾਂ ਨੇ ਸਬਜੈਕਟ ਲਿਆ ਹੈ ਉਹ ਹੈ ਸਾਂਝੀ ਵਾਲਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਿਮਰਨ ਨੂੰ ਮਨੁੱਖੀ ਜੀਵਨ ਦਾ ਆਧਾਰ ਮੰਨਦੇ ਨੇ। ਸਿਮਰਨ ਅਕਾਲ ਪੁਰਖ ਦਾ ਕਰਨਾ ਹੈ ਤੇ ਸੇਵਾ ਉਸ ਦੀ ਖਲਕਤ ਦੀ ਕਰਨੀ ਹੈ। ਚੰਗੇ ਜੀਵਨ ਦਾ ਇਹੀ ਲਕਸ਼ ਮੰਨਿਆ ਗਿਆ ਹੈ। ਇਸ ਲਈ ਸਭ ਨਾਲ ਪਿਆਰ, ਮੇਲ ਮਿਲਾਪ, ਬਰਾਬਰੀ ਦੀ ਭਾਵਨਾ ਦੇ ਨਾਲ ਮਿੱਤਰਤਾ ਪੂਰਵਕ ਵਿਚਰਨਾ, ਸਾਂਝੀ ਵਾਲਤਾ, ਕੋਆਪਰੇਸ਼ਨ ਕਰਨਾ, ਇਹ ਜਿਹੜਾ ਗੁਣ ਹੈ ਗ੍ਰਹਿਣ ਕਰਨ ਲਈ ਉੱਤਮ ਕਿਰਿਆ ਹੈ। ਤੇ ਇਸ ਬਿਨਾਂ ਜੀਵਨ ਸਖਣਾ ਤੇ ਰੁੱਖਾ ਤੇ ਅਰਥਹੀਨ ਹੈ। ਗੁਰਬਾਣੀ ਮੁਤਾਬਕ ਸਤਿਗੁਰੂ ਜੀ ਫਰਮਾਉਂਦੇ ਨੇ, ਅਵਲ ਅੱਲ ਹੈ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਂਝੀ ਵਾਲਤਾ ਦੇ ਵਿਕਾਸ ਦੇ ਲਈ ਸਭ ਨੂੰ ਇੱਕ ਸਮਾਨ ਸਮਝਣਾ ਹੀ ਨਹੀਂ, ਇੱਕ ਸਮਾਨ ਜਾਣ ਕੇ ਵਿਚਰਨਾ ਵੀ ਹੈ ਤੇ ਵਿਹਾਰ ਵੀ ਕਰਨਾ ਹੈ। ਕੈਂਚੀ ਦਾ ਰੋਲ ਤਿਆਗ ਕਰਕੇ ਸੂਈ ਧਾਗੇ ਦਾ ਸੁਭਾਅ ਗ੍ਰਹਿਣ ਕਰਨਾ ਹੈ। ਸਭ ਨੂੰ ਜੋੜਨਾ ਹੈ, ਤੋੜਨਾ ਫੋੜਨਾ ਤੇ ਵਿਛੋੜਨਾ ਨਹੀਂ। ਸਤਿਗੁਰੂ ਜੀ ਦੀ ਬਾਣੀ ਫਰਮਾਉਂਦੀ ਹੈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤਿਤੈ ਲਿਓ ਉਬਾਰ। ਗੁਰਬਾਣੀ ਸੋਚ ਦੇ ਨਾਲ ਸਜਿਆ ਮਨੁੱਖ ਸਾਂਝੀ ਵਾਲਤਾ ਦੇ ਪਿੜ ਦੇ ਵਿੱਚ ਵੀ ਆਪਣੇ ਆਪ ਨੂੰ ਸਭ ਤੋਂ ਨੀਵਾਂ ਸਮਝਦਾ ਹੈ। ਤਿਆਗੀ ਬਿਰਤੀ ਦਾ ਸੁਆਮੀ ਹੁੰਦਾ ਹੈ। ਉਹ ਕਿਸੇ ਤੋਂ ਲੈ ਕੇ ਆਪਣੇ ਪਾਸ ਰੱਖਣ ਦੀ ਥਾਂ ਦੂਜੇ ਨੂੰ ਕੁਝ ਦੇ ਕੇ ਵਧੇਰੇ ਪ੍ਰਸੰਨ ਅਨੁਭਵ ਕਰਦਾ ਹੈ, ਕਿਉਂਕਿ ਇਵੇਂ ਸਦਭਾਵਨਾ ਦਾ ਵਧੇਰੇ ਪਸਾਰ ਹੁੰਦਾ ਹੈ। ਉਸ ਦਾ ਜੀਵਨ ਉਸ ਮੋਮਬੱਤੀ ਨਿਆਈ ਹੁੰਦਾ ਹੈ ਜੋ ਆਪ ਜਲਦੀ ਹੈ ਤੇ ਆਪਣਾ ਪ੍ਰਕਾਸ਼ ਤੇ ਨਿੱਘ ਦੇ ਨਾਲ ਵਾਤਾਵਰਨ ਨੂੰ ਵਧੇਰੇ ਰਮਣੀਕ ਤੇ ਸੰਚਾਰੂ ਬਣਾਉਂਦੀ ਹੈ। ਇਸ ਕਰਮ ਨੂੰ ਚੱਲਦਾ ਰੱਖਣ ਦੇ ਲਈ ਉਹ ਤਿਲ ਕਰਕੇ ਉਤਨੀ ਦੇਰ ਤੱਕ ਆਪ ਭਸਮ ਹੁੰਦੀ ਰਹਿੰਦੀ ਹੈ ਜਦ ਤੱਕ ਉਸ ਦੀ ਪੂਰੀ ਹਸਤੀ ਹੀ ਦੂਜਿਆਂ ਦੇ ਲੇਖੇ ਨਾ ਲੱਗ ਜਾਵੇ। ਇਹੀ ਸਾਂਝੀ ਵਾਲਤਾ ਦਾ ਧਰਮ ਹੋਣਾ ਚਾਹੀਦਾ ਹੈ ਕਿ ਦੂਜੇ ਲਈ ਲੋੜ ਪਵੇ ਤਾਂ ਆਪਾ ਤੱਕ ਵਾਰ ਦਿੱਤਾ ਜਾਵੇ। ਸੰਖੇਪ ਵਿੱਚ ਇਹੀ ਗੱਲ ਕਹਿ ਕੇ ਗੱਲ ਨੂੰ ਵਿਰਾਮ ਦਿੱਤਾ ਜਾਂਦਾ ਹੈ ਕਿ ਗੁਰਬਾਣੀ ਪ੍ਰੇਮੀ ਦੀ ਸੋਚ ਇਤਨੀ ਵਿਸ਼ਾਲ ਹੈ ਕਿ ਉਸ ਲਈ ਸਾਰੇ ਇੱਕ ਸਮਾਨ ਹਨ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਵਾਹ ਰਾਜੀਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 97। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਨ ਕਰਦੇ ਹਾਂ।
अव्वल अल्लाह नूर पाया, अव्वल अल्लाह नूर पाया, कुदरत के सब बंदे। अव्वल अल्लाह नूर पाया, अव्वल अल्लाह नूर पाया, कुदरत के सब बंदे। एक नूर ते, एक नूर ते, एक नूर ते सब जग उपजे, कौन भले को मंदे। अव्वल अल्लाह नूर पाया, अव्वल अल्लाह नूर पाया। लोगा भरम न भूलो भाई, धर्म न भूलो भाई। लोगा भरम न भूलो भाई, धर्म न भूलो भाई। खालिक खलिक खलिक में खालिक, खालिक खलिक खलिक में खालिक, पूरे ओसर ढाई। अव्वल अल्लाह नूर पाया, अव्वल अल्लाह नूर पाया। माटी एक अनेक भांत कर, साजी साजन हारे। माटी एक अनेक भांत कर, साजी साजन हारे। नाकिच पोच मटी के भांडे, नाकिच पोच मटी के भांडे, नाकिच पोच कुम्हारे। अव्वल अल्लाह नूर पाया, अव्वल अल्लाह नूर पाया। सब में सच्चाई को सोई, सच्चाई को सोई। इसका किया सब किच होई, किया सब किच होई। हुक्म पछाने सोए को जाने, हुक्म पछाने सोए को जाने, बंदा कहिए सोई। अव्वल अल्लाह नूर पाया, अव्वल अल्लाह नूर पाया। अल्लो अलख न जाई लखिया, गुड़ गुड़ दीना मीठा। अल्लो अलख न जाई लखिया, गुड़ गुड़ दीना मीठा। कहे कबीर मेरी शंका नासे, कहे कबीर मेरी शंका नासे, सर्व निरंजन मीठा। अव्वल अल्लाह नूर पाया, अव्वल अल्लाह नूर पाया, कुदरत के सब बंदे। अव्वल अल्लाह नूर पाया, अव्वल अल्लाह नूर पाया, कुदरत के सब बंदे। एक नूर ते, एक
ਹਾਂਜੀ, ਇਹ ਸਨ ਸ਼੍ਰੀਮਤੀ ਅਵਨਿੰਦਰ ਕੌਰ ਜੀ ਵਿਜ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਪ੍ਰੋਗਰਾਮ ਦਾ ਸਮਾਂ ਜਿਹੜਾ ਹੈ ਬਹੁਤ ਹੀ ਨੇੜੇ ਪਹੁੰਚ ਚੁੱਕਾ ਹੈ ਤੇ ਲੱਗਦਾ ਹੈ ਕਿ ਇਤਨੇ ਸਮੇਂ ਦੇ ਵਿੱਚ ਜਿਹੜਾ ਹੋਰ ਜਿਹੜਾ ਹੈ ਲੇਖ ਜਿਹੜਾ ਹੈ ਅਗਲਾ ਉਹ ਨਹੀਂ ਆਪਾਂ ਸਾਂਝਾ ਕਰ ਸਕਦੇ, ਪਰ ਜਿਹੜੀ ਅੱਜ ਦੀਆਂ ਵਿਚਾਰਾਂ ਦੇ ਵਿੱਚ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਕਿ ਕਿਵੇਂ ਜਿਹੜਾ ਸਰੀਰ ਹੈ ਇਹ ਬਹੁਤ ਜ਼ਰੂਰੀ ਹੈ, ਕਿ ਜਿੰਨਾ ਚਿਰ ਸਰੀਰ ਨਹੀਂ ਹੋਏਗਾ ਅਸੀਂ ਭਗਤੀ ਨਹੀਂ ਕਰ ਸਕਦੇ, ਤੇ ਇਹ ਇੱਕ ਕਿਸਮ ਦੀ ਗੱਡੀ ਹੈ ਜਿਹਦੇ ਦੁਆਰਾ ਅਸੀਂ ਕਿਤੇ ਪਹੁੰਚ ਸਕਦੇ ਹਾਂ। ਤੇ ਜਿਹੜਾ ਸਰਾਧਾਂ ਬਾਰੇ ਉਹਨਾਂ ਨੇ ਦੱਸਿਆ ਕਿ ਕਿਵੇਂ ਜਿਹੜੇ ਇਹ ਗੁਰਮਤ ਨਹੀਂ ਹੈ ਸਰਾਧ ਵਗੈਰਾ ਕਰਨੇ, ਤੇ ਨਾ ਹੀ ਕਿਸੇ ਦਾ ਖਾਧਾ ਹੈ ਕਿਸੇ ਨੂੰ ਪਹੁੰਚਦਾ ਹੈ, ਬਲਕਿ ਇਸੇ ਸਰੀਰ ਦੇ ਵਿੱਚ ਰਹਿੰਦੇ ਹੋਏ ਅਸੀਂ ਆਪਣਾ ਸੇਵਾ ਜਿਹੜੀ ਹੈ ਕਰ ਸਕਦੇ ਹਾਂ, ਸਿਮਰਨ ਕਰ ਸਕਦੇ ਹਾਂ। ਤੇ ਇਸੇ ਤਰ੍ਹਾਂ ਇੱਕ ਜਿਹੜਾ ਸੀਗਾ ਸਬਜੈਕਟ ਉਹ ਸੀ ਸਰਵ ਵਿਆਪਕਤਾ ਪ੍ਰਮਾਤਮਾ ਦੀ, ਹਰ ਥਾਂ ਪ੍ਰਮਾਤਮਾ ਹੈ। ਅੰਡਜ ਜੇਰਿਜ ਸੇਤਜ ਉਤਪੁਜ, ਜਿੰਨੇ ਵੀ ਇਹੋ ਆਂਡਿਆਂ ਤੋਂ, ਜੇਰ ਤੋਂ, ਪਸੀਨੇ ਤੋਂ ਇਹ ਜਿੰਨੇ ਵੀ ਜਿਹੜੇ ਨੇ ਜੀਵ ਉਤਪੰਨ ਹੁੰਦੇ ਨੇ, ਇਹ ਸਾਰੇ ਉਸ ਪ੍ਰਮਾਤਮਾ ਨੇ ਜਿਹੜੇ ਹੈ ਪੈਦਾ ਕੀਤੇ ਨੇ, ਤੇ ਉਹੀ ਸਭ ਦੇ ਵਿੱਚ ਵਸਦਾ ਹੈ ਤੇ ਸਭ ਦੀ ਰੱਖਿਆ ਵੀ ਕਰਦਾ ਹੈ। ਤੇ ਜਿਹੜਾ ਹੈ ਇਸ ਦੁਨੀਆ ਦੇ ਵਿੱਚ ਆਉਣ ਦਾ ਜਿਹੜਾ ਮਕਸਦ ਹੈ ਉਹ ਪਰਮਾਤਮਾ ਨੂੰ ਮਿਲਣਾ ਹੈ, ਜਿਹੜਾ ਕਿ ਅਸੀਂ ਆਪਣੇ ਕਰਮਾਂ ਕਰਕੇ ਉਸ ਪਰਮਾਤਮਾ ਤੋਂ ਦੂਰ ਹੋ ਜਾਂਦੇ ਹਾਂ। ਅੱਜ ਦਾ ਸੰਗਰਾਂਦ ਦਾ ਹੁਕਮਨਾਮਾ ਵੀ ਸਾਨੂੰ ਇਹੀ ਉਪਦੇਸ਼ ਦਿੰਦਾ ਹੈ ਕਿ ਸਾਡੀ ਕਿਰਤ ਹੈ, ਜਿਹੜੇ ਸਾਡੇ ਕੰਮ ਨੇ, ਸਾਨੂੰ ਪਰਮਾਤਮਾ ਤੋਂ ਦੂਰ ਜਾਂ ਨੇੜੇ ਕਰ ਦਿੰਦੇ ਨੇ। ਭਾਵੇਂ ਕਿ ਪਰਮਾਤਮਾ ਸਭ ਵਿੱਚ ਹੈ, ਫਿਰ ਵੀ ਜਿਹੜਾ ਜੀਵ ਹੈ ਉਹਦਾ ਹੱਥ ਵਿੱਚ ਆਪਣੇ 'ਚ ਵੀ ਕੁਛ ਹੈ। ਜੇ ਬਿਲਕੁਲ ਉਹ ਆਪ ਬਿਲਕੁਲ ਯਤਨ ਨਹੀਂ ਕਰੇਗਾ ਤਾਂ ਉਹ ਕਿਸੇ ਪਾਸੇ ਨਹੀਂ ਪਹੁੰਚ ਸਕਦਾ। ਕੋਸ਼ਿਸ਼ ਕਰਨੀ ਸਾਡਾ ਫਰਜ਼ ਹੈ ਤੇ ਵਾਹਿਗੁਰੂ ਸਾਡੇ ਉੱਤੇ ਕਿਰਪਾ ਕਰੇ, ਅਸੀਂ ਸਹੀ ਦਿਸ਼ਾ ਦੇ ਵਿੱਚ ਜਾ ਸਕੀਏ। ਤੇ ਅੱਜ ਮਦਰਸ ਡੇ ਮਨਾਇਆ ਜਾ ਰਿਹਾ ਹੈ ਤੇ ਸਾਡੇ ਵੱਲੋਂ ਸਭ ਨੂੰ ਬਹੁਤ ਬਹੁਤ ਇਹਦੀ ਵਧਾਈ ਹੋਵੇ। ਤੇ ਮਾਂ ਦਾ ਜਿਹੜਾ ਦਰਜਾ ਹੈ ਗੁਰਬਾਣੀ ਨੇ ਵੀ ਬਹੁਤ ਉੱਚਾ ਦੱਸਿਆ ਹੈ, ਤੇ ਇਹ ਦਰਜਾ ਜਿਹੜਾ ਹੈ ਵੀ ਬਹੁਤ ਉੱਚਮ, ਕਿਉਂਕਿ ਅਸੀਂ ਅਗਰ ਦੁਨੀਆ ਦੇ ਵਿੱਚ ਹਾਂ ਤੇ ਮਾਂ ਕਰਕੇ ਹਾਂ ਜਿਸ ਨੇ ਜਨਮ ਦਿੱਤਾ ਹੈ। ਤੇ ਅਸੀਂ ਇਸੇ ਹੀ ਸੋਚ ਦੇ ਨਾਲ ਆਪ ਜੀ ਨੂੰ ਛੱਡ ਕੇ ਜਾ ਰਹੇ ਹਾਂ ਤੇ ਕੁਲਦੀਪ ਮਾਨਕ ਜੀ ਦਾ ਜਿਹੜਾ ਗੀਤ ਹੈ ਉਹ ਸੁਣਾਵਾਂਗੇ। ਤੇ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਜਾਚਨਾ ਕਰਦੇ ਹੋਏ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਨੇ ਚਾਹਿਆ ਤੇ ਅਗਲੇ ਐਤਵਾਰ ਫਿਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਹੁਣ ਆਗਿਆ ਦੇਵੋ ਤੇ ਆਪ ਜੀ ਨੂੰ ਛੱਡ ਕੇ ਜਾ ਰਹੇ ਹਾਂ ਕੁਲਦੀਪ ਮਾਨਕ ਜੀ ਦੇ ਇਸ ਗੀਤ ਦੇ ਨਾਲ। ਮਾਂ ਹੁੰਦੀ ਆ ਮਾਂ ਉਹ ਦੁਨੀਆ ਵਾਲਿਓ। ਪਾਉਂਦੇ ਸੁੱਕੀ ਥਾਂ ਉਹ ਦੁਨੀਆ ਵਾਲਿਓ।
ਰੱਬ ਦਾ ਰੂਪ ਹੈ ਦੂਜਾ ਹੋ ਮਾਂ ਹੈ ਰੱਬ ਦਾ ਨਾ ਉਹ ਦੁਨੀਆ ਵਾਲਿਓ ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਬੱਚਿਆਂ ਦੀ ਮਾਂ ਮਾਰੇ ਨਾ ਕੋਈ ਹੋ ਰੱਬਾ ਦੇਵ ਕਰੇ ਅਰਜ਼ੋਈ ਬੱਚਿਆਂ ਦੀ ਮਾਂ ਮਾਰੇ ਨਾ ਕੋਈ ਹੋ ਸਿਰ ਤੋਂ ਉੱਠਦੀ ਛਾਂ ਉਹ ਦੁਨੀਆ